Hello everyone, students. Today we are going to continue a previous presentation. The name of chapter is Logic Gates and Families. In a previous lecture, we have discussed a basic term that is about a logic gates, logic designs or circuit, as well as a truth table. And last ਵਿੱਚ ਆਪਾਂ discuss ਕੀਤਾ ਸੀਗਾ positive and negative logic. Today we are going to discuss basic logic operations, then evaluation of Boolean expression using truth table, and then finally we will discuss a precedence of Boolean operators. ਜਿੱਦਾਂ ਕਿ ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ, ਇਹ ਚੈਪਟਰ ਬਹੁਤ ਇੰਪੋਰਟੈਂਟ ਹੈ। ਜਿੰਨੇ ਅੱਗੇ ਵੀ ਚੈਪਟਰਸ ਆਉਣੇ ਹੈ ਡੈਟ ਇਜ਼ ਆਲ ਆ ਸਰਕਿਟ ਬੇਸ ਹੈਗੇ ਆ। ਸੋ ਅਗਰ ਤੁਹਾਨੂੰ ਲੌਜਿਕ ਗੇਟਸ ਬਾਰੇ ਜਾਂ ਕੰਸੈਪਟ ਕਲੀਅਰ ਹੋ ਜਾਂਦਾ ਹੈ, ਅਲੱਗ-ਅਲੱਗ ਲੌਜਿਕ ਗੇਟਸ ਬਾਰੇ ਤੁਹਾਨੂੰ ਜਿਹੜਾ ਆਪਣੇ ਕੋਲ ਯੂ ਕੈਨ ਸੇ ਕਲੈਰਿਟੀ ਹੋ ਜਾਂਦੀ ਹੈ, ਤੇ ਦੈਨ ਸਰਕਿਟ ਬਣਾਉਣਾ, ਡਿਜ਼ਾਈਨ ਕਰਨਾ, ਇੰਪਲੀਮੈਂਟ ਕਰਨਾ ਸਾਡੇ ਵਾਸਤੇ ਉਨਾ ਹੀ ਈਜ਼ੀ ਹੋ ਜਾਏਗਾ। ਸੋ ਇਹ ਚੈਪਟਰ ਬਹੁਤ ਇੰਪੋਰਟੈਂਟ ਹੈ ਤੇ ਇਹਨੂੰ ਧਿਆਨ ਦੇ ਨਾਲ ਸਮਝਣਾ ਹੈ। ਅਗਰ ਫਿਰ ਵੀ ਕੋਈ ਡਾਊਟਸ ਆਉਂਦਾ ਹੈ then in coming lectures we will discuss your doubts. ठीक है, so let's start with the basic operations, or you can say basic logic operations. So की कह रहा है, logic is defined as science of reasoning. In other words, it is the development of a reasonable or logical conclusions based on known information. So logic ही अपने को science of reasoning है। ਡੈਟ ਮੀਨਸ ਕਿ ਇਹਦਾ ਮਤਲਬ ਕੀ ਹੋਏਗਾ, ਕੁਛ ਪਰਟੀਕੂਲਰ ਇਨਪੁਟਸ ਹੋਏਗੀ, ਉਸ ਬਿਹਾਵ ਦੇ ਉੱਪਰ ਆਪਾਂ ਇੱਕ ਕਨਕਲੂਜ਼ਨ ਤੇ ਆਵਾਂਗੇ ਜਾਂ ਆਪਾਂ ਸੋਲੂਸ਼ਨ ਫਾਈਂਡ ਆਊਟ ਕਰ ਸਕਦੇ ਹਾਂ ਕਿ ਅਗਰ ਮੇਰੇ ਕੋਲ ਇਨਪੁਟ ਇਹ ਵਾਲੀ ਹੋਏਗੀ ਤਾਂ ਆਊਟਪੁੱਟ ਮੇਰੇ ਕੋਲ ਇਸ ਫਾਰਮ ਦੇ ਵਿੱਚ ਆਏਗੀ। ਅਗਰ ਮੇਰੇ ਕੋਲ ਇਨਪੁਟ ਇਸ ਫਾਰਮ ਦੇ ਵਿੱਚ ਹੋਏਗੀ ਤਾਂ ਆਊਟਪੁੱਟ ਮੇਰੇ ਕੋਲ ਇਸ ਫਾਰਮ ਦੇ ਵਿੱਚ ਹੋਏਗੀ। ਡੈਟ ਇਜ਼ ਨੋਨ ਐਜ਼ ਅ ਲੌਜਿਕ, ਔਰ ਇਨ ਅਦਰ ਵਰਡ ਯੂ ਕੈਨ ਸੇ ਇਟ ਇਜ਼ ਅ ਡਿਵੈਲਪਮੈਂਟ ਆਫ ਅ ਰੀਜ਼ਨੇਬਲ ਔਰ ਲੌਜੀਕਲ ਕਨਕਲੂਜ਼ਨ ਬੇਸਡ ਔਨ ਅ ਨੋਨ ਇਨਫੋਰਮੇਸ਼ਨ। ਸੋ ਜਿੰਨੇ ਵੀ ਆਪਣੇ ਕੋਲ ਸੋਲਿਊਸ਼ਨ ਜਾਂ ਕਨਕਲੂਜ਼ਨ ਨਿਕਲਣਗੇ, ਲੌਜੀਕਲ ਕਨਕਲੂਜ਼ਨ ਬਣਨਗੇ, ਉਹ ਸਾਰੇ ਕਿਸੇ ਨਾ ਕਿਸੇ ਇਨਫੋਰਮੇਸ਼ਨ ਦੇ ਉੱਪਰ ਬੇਸਡ ਹੋਣਗੇ। ਡੈਟ ਮੀਨਸ ਕੋਈ ਸਮ ਪ੍ਰੀਵੀਅਸ ਨੌਲੇਜ ਹੋਏਗੀ, ਉਸ ਬੇਸ ਤੇ ਹੀ ਆਪਾਂ ਕਨਕਲੂਜ਼ਨ ਤੇ ਪਹੁੰਚ ਸਕਦੇ ਹਾਂ, ਕਨਕਲੂਜ਼ਨ ਆਪਾਂ ਫਾਈਂਡ ਆਊਟ ਕਰ ਸਕਦੇ ਹਾਂ। ਸੋ ਆਊਟਪੁੱਟ ਉਦੋਂ ਹੀ ਆਪਾਂ ਨੂੰ ਮਿਲੇਗੀ ਜਦੋਂ ਆਪਣੇ ਕੋਲ ਕੋਈ ਇਨਫੋਰਮੇਸ਼ਨ ਹੋਏਗੀ। ਅਗਰ ਆਪਣੇ ਕੋਲ ਇਨਪੁਟ ਨਹੀਂ ਹੋਏਗੀ ਤਾਂ ਆਪਣੇ ਕੋਲ ਕੋਈ ਵੀ ਆਊਟਪੁੱਟ ਪ੍ਰੋਡਿਊਸ ਨਹੀਂ ਹੋਏਗੀ। ਸੋ ਦਿਸ ਇਜ਼ ਅ ਬੇਸਿਕ ਡੈਫੀਨੇਸ਼ਨ ਆਫ ਅ ਲੌਜਿਕ that is known as a science, or you can define it as a science of reasoning or development of a reasonable or logical conclusion based on a known information. Known information means ਅਗਰ ਆਪਣੇ ਕੋਲ ਇਨਪੁਟ ਗਿਵਨ ਹੈ, ਆਪਾਂ ਨੂੰ ਪਤਾ ਹੈ ਕਿ ਇਹ ਵਾਲੀ ਇਨਪੁਟ ਹੈ, ਤਾਂ ਦੈਨ ਉਹਦੇ ਅਕੋਰਡਿੰਗ ਆਪਣੇ ਕੋਲ ਇਹ ਵਾਲੀ ਆਊਟਪੁੱਟ ਹੋਏਗੀ। ਦਿਸ ਐਂਡ ਦੈਟ ਯੂ ਕੈਨ ਸੇ ਆ ਲੌਜਿਕਸ। ਠੀਕ ਹੈ, ਇਹ ਆਪਾਂ ਵਨ ਬਾਏ ਡਿਸਕਸ ਕਰਾਂਗੇ। ਸੋ ਆਪਣੇ ਕੋਲ ਲੌਜਿਕ ਆਪਰੇਸ਼ਨ ਬੇਸਿਕਲੀ ਤਿੰਨ ਤਰੀਕੇ ਦੇ ਹੈ, ਆਲਵੇਜ਼ ਕੀਪ ਇਨ ਮਾਈਂਡ। ਔਰ ਜਿੰਨੇ ਵੀ ਆਪਾਂ ਸਰਕਿਟ ਡਿਜ਼ਾਈਨ ਕਰਾਂਗੇ ਉਹਨਾਂ ਵਿੱਚ ਇਹ ਤਿੰਨ ਜਿਹੜੇ ਆਪਰੇਸ਼ਨਸ ਹੈ, ਲੌਜਿਕ ਆਪਰੇਸ਼ਨਸ ਹੈ, ਇਹ ਯੂਜ਼ ਹੋਣਗੇ ਮੇ ਬੀ ਡਾਇਰੈਕਟਲੀ ਔਰ ਇਨਡਾਇਰੈਕਟਲੀ। ਸੋ ਕਿਹੜੇ ਆਪਣੇ ਕੋਲ ਲੌਜਿਕ ਆਪਰੇਸ਼ਨਸ ਹੈ? ਵਨ ਇਜ਼ ਆ ਫਸਟ ਇਜ਼ ਆ ਲੌਜੀਕਲ ਇਨਵਰਸ਼ਨ, that is not operation. Then logical addition, that is OR operation. Then third is a logical multiplication, that is a AND operation. ਸੋ ਤਿੰਨ ਬੇਸਿਕ ਲੌਜਿਕ ਆਪਰੇਸ਼ਨਸ ਹੈ। ਇਹਨਾਂ ਆਪਰੇਸ਼ਨ ਦੀ ਮਦਦ ਦੇ ਨਾਲ ਆਪਾਂ ਡਿਫਰੈਂਟ ਵੇਰੀਅਸ ਜਿਹੜੇ ਆਪਰੇਸ਼ਨਸ ਹੈ ਜਾਂ ਟਾਸਕ ਹੈ ਆਪਾਂ ਉਹਨੂੰ ਡਿਵੈਲਪ ਕਰ ਸਕਦੇ ਹਾਂ ਬਾਈ ਯੂਜ਼ਿੰਗ 3 ਡਿਫਰੈਂਟ ਬੇਸਿਕ ਲੌਜਿਕ ਆਪਰੇਸ਼ਨਸ। ਸੋ ਲੌਜੀਕਲ ਇਨਵਰਸ਼ਨ ਦਾ ਮਤਲਬ ਨੋਟ ਆਪਰੇਸ਼ਨ ਹੋਏਗਾ, ਲੌਜੀਕਲ ਐਡੀਸ਼ਨ ਦਾ ਮਤਲਬ OR ਆਪਰੇਸ਼ਨ ਹੋਏਗਾ, ਐਂਡ ਲੌਜੀਕਲ ਮਲਟੀਪਲਾਈਕੇਸ਼ਨ ਦਾ ਮਤਲਬ ਕੀ ਹੋਏਗਾ, ਆਪਣੇ ਕੋਲ ਐਂਡ ਆਪਰੇਸ਼ਨ ਹੋਏਗਾ। ਇਹ ਸਾਰੇ ਦੇ ਸਾਰੇ ਬੇਸਿਕ ਲੌਜਿਕ ਆਪਰੇਸ਼ਨਸ ਆਪਾਂ ਵਨ ਬਾਏ ਵਨ ਡਿਸਕਸ ਕਰਾਂਗੇ। ਪਹਿਲਾਂ ਆਪਾਂ ਡਿਸਕਸ ਕਰਾਂਗੇ ਲੌਜਿਕ ਇਨਵਰਸ਼ਨ, ਔਰ ਯੂ ਕੈਨ ਸੇ ਅ ਨੋਟ ਆਪਰੇਸ਼ਨ। So what is not operation? First of all, you can say operator. Not operators operate on a single variable and it performs the complement of the input. Always keep in mind ਜਿਹੜਾ not operation ਹੋਏਗਾ ਜਾਂ not operator ਹੋਏਗਾ ਹਮੇਸ਼ਾ ਸਿੰਗਲ ਵੇਰੀਏਬਲ ਉੱਪਰ ਹੀ ਆਪਰੇਟ ਹੋਏਗਾ। ਕਿਸ ਤਰੀਕੇ ਨਾਲ ਆਪਾਂ ਨੈਕਸਟ ਸਲਾਈਡ ਦੇ ਵਿੱਚ ਜਾਂ ਇਸੇ ਸਲਾਈਡ ਵਿੱਚ ਡਿਸਕਸ ਕਰਾਂਗੇ, ਦੇਖਾਂਗੇ ਕਿ ਕਿਸ ਤਰੀਕੇ ਨਾਲ ਜਿਹੜਾ ਨੋਟ ਆਪਰੇਸ਼ਨ ਹੈ ਸਿੰਗਲ ਵੇਰੀਏਬਲ ਉੱਪਰ ਆਪਰੇਟ ਹੋਏਗਾ। ਐਂਡ ਇਟ ਪਰਫਾਰਮ ਦਾ ਕੰਪਲੀਮੈਂਟ ਆਫ ਦਾ ਇਨਪੁਟ। ਇਹਦਾ ਮਤਲਬ ਹੈ ਕਿ ਜੋ ਵੀ ਇਨਪੁਟ ਹੋਏਗੀ ਉਹਦਾ ਕੀ ਕਰ ਦੇਗਾ, ਕੰਪਲੀਮੈਂਟ ਕਰ ਦੇਗਾ। ਮਤਲਬ it changes one logic level to other logic level, that is it change 1 to 0 and 0 to a 1. ਸੋ ਨੋਟ ਆਪਰੇਸ਼ਨ ਕੀ ਕਰੇਗਾ, ਜੋ ਵੀ ਇਨਪੁਟ ਆਏਗੀ ਉਹਨੂੰ ਕੰਪਲੀਮੈਂਟ ਕਰ ਦੇਗਾ। ਕੰਪਲੀਮੈਂਟ ਦਾ ਮਤਲਬ ਹੈ ਕਿ ਅਗਰ ਇਨਪੁਟ ਮੇਰੇ ਕੋਲ 1 ਆ ਰਹੀ ਤਾਂ ਉਹਨੂੰ ਕੀ ਕਰ ਦੇਗਾ, 0 ਕਰ ਦੇਗਾ।
अगर मेरे को इनपुट 0 आ गई तो आउटपुट ਤੇ ਕੀ ਆਏਗਾ ਮੇਰੇ ਕੋਲ 1 ਆਏਗਾ। ਜਿਹੜਾ ਇਹ 1 to 0 ਹੋ ਰਿਹਾ ਹੈ ਜਾਂ 0 to 1 ਹੋ ਰਿਹਾ ਹੈ that is known as a complement। क्लियर। सो नॉट ऑपरेशन ਜਿਹੜਾ ਹੈ ऑपरेटर यही काम करेगा, सिंगल वेरिएबल ऑपरेट करेगा और जो भी इनपुट आएगी उन्होंने की कर देगा कॉम्प्लीमेंट कर देगा। ठीक है, कॉम्प्लीमेंट मीन 1 to 0 एंड 0 to 1। तो सिंबल ऑफ नॉट ऑपरेशन इज बार, ਇਹਨੂੰ ਆਪਾਂ ਬਾਰ ਕਹਿੰਦੇ ਹਾਂ। और प्राइम, ये दो सिंबल ਜਿਹੜੇ ਹੈ ਆਪਾਂ यूज़ कर सकते हैं टू डिस्क्राइब अ नॉट ऑपरेशंस, बट इन अवर प्रेजेंटेशन वी विल यूज़ अ सिंबल बार, ठीक है, इंस्टेड ऑफ अ प्राइम। बट ये नहीं है कि प्राइम यूज़ नहीं होंगे, प्राइम भी ये आप यूज़ कर सकते हैं, इट डिपेंड अपॉन यू। ठीक है, दोनों का मीनिंग सेम होएगा, कोई भी डिफरेंस नहीं होएगा। सो की कह रहा है, मान लो कि इफ़ द इनपुट इज़ एक्स then x बार इज इट्स कॉम्प्लीमेंट, दैट इज़ वेरी इंपॉर्टेंट। अगर कहता कि मेरे को कोई इनपुट x है तो x बार ਉਹਦਾ ਕੀ ਹੋਏਗਾ ਕੰਪਲੀਮੈਂਟ ਹੋਏਗਾ, ਆਲਵੇਜ਼ ਕੀਪ ਇਨ ਮਾਈਂਡ। ਠੀਕ ਹੈ, x ਦੇ ਉੱਪਰ ਕੀ ਆ ਜਾਏਗੀ ਬਾਰ ਆ ਜਾਏਗੀ। ਸੋ ਜਿੱਥੇ ਵੀ ਆਪਣੇ ਕੋਲ ਵੇਰੀਏਬਲ ਬਾਰ ਆਏਗੀ ਡੈਟ ਮੀਨਸ ਕੀ ਹੋ ਰਿਹਾ, ਉਹ ਨॉट ਆਪਰੇਸ਼ਨ ਹੋ ਰਿਹਾ। ਫॉर एग्जांपल इफ अ वेरिएबल x इज सब्जेक्टेड टू नॉट ऑपरेशन then the resultant by can be expressed as, मतलब ये है कि मान लो मेरे को कोई x वेरिएबल है और उत्ते नॉट ऑपरेशन परफॉर्म हो रहा है, then result by can be expressed as like this, y is equal to x bar or y is equal to x prime, where over bar or prime represent the not operations, always keep in mind। सो जो भी अपने को नॉट ऑपरेशन होएगा उत्थे जी अपने को आउटपुट आएगी वो कॉम्प्लीमेंट फॉर्म आएगी। दैट मीनस की होगा अगर तुम इनपुट एक्स दी है तो आउटपुट की आएगी मेरे को एक्स बार आएगी। इसका मतलब की होएगा अगर एक्स की वैल्यू 0 है तो एक्स बार की वैल्यू की होएगी 1 होएगी। ठीक है, सो इन्हों तुम प्राइम सिंबल भी यूज़ कर सकते हो और तुम ओवर बार भी जी है वो भी यूज़ कर सकते हो, लेकिन अपनी प्रेजेंटेशन के आप बार जी है वेरीएबल पर वो एज ए नॉट ऑपरेटर सिंबल यूज़ करांगे। दैट मीनस की होएगा 1 बार इज इक्वल टू 0 और 0 बार इज इक्वल टू 1। अगर 1 के उपर बार है वह मतलब की होएगा 0 होएगा, अगर 0 के उपर बार है वह मतलब की होएगा 1 होएगा। डैट मीनस की हो रहा 1 कॉम्प्लीमेंट हो रहा 0 च हो रहा, 0 का कॉम्प्लीमेंट की हो रहा 1 हो रहा। इनू ध्यान ना समझना है कि जो भी किसी वेरीएबल पर बार आ जाएगी दैट मीनस वो कॉम्प्लीमेंट फॉर्म होगी। ठीक है, अगर किसी वेरीएबल बार नहीं है वो अपने को डायरैक्ट फॉर्म होगी, ऑलवेज कीप इन माइंड। ठीक है, अगे जाके अपने काम आएगी। सो दिस इज़ नॉट ऑपरेशन। अगर देखिए टेबल की बनेगा, मान लो मैं दिस इज़ इनपुट x एंड y इज़ द आउटपुट। ठीक है, अगर मैं इनपुट 0 दे रहा हाँ तो ਉਹਦੇ ਉੱਪਰ नॉट ऑपरेशन परफॉर्म हो रहा है तो 0 ਨੂੰ ਕੀ ਕਰ ਦੇਗਾ कॉम्प्लीमेंट कर देगा, कॉम्प्लीमेंट 0 का की हो जाएगा 1 हो जाएगा। सिमिलरली अगर x की वैल्यू 1 है तो कॉम्प्लीमेंट होएगा y की वैल्यू की हो जाएगी 0 होएगी, 1 का की हो जाएगा 0 होएगा। ऑलवेज कीप इन माइंड। देखो इतने अपने को आप इको वेरीएबल लै रहे हैं, मल्टीपल 2 और मोर वेरीएबल्स नहीं होंगे। जो नॉट ऑपरेशन होएगा सिंपल की होएगा अपने को सिंगल वेरिएबल ऊपर ही ऑपरेट होएगा। सो दिस इज नोन एज अ नॉट ऑपरेशंस। ठीक है, सिंबल इज बार और यू कैन से अ प्राइम। अगर एक इनपुट एक्स है तो आउटपुट के आगे अपनी कॉम्प्लीमेंट फॉर्म आएगी, दैट मीन्स एक्स के ऊपर की आ जाएगा बार आ जाएगा अगर अपने को इनपुट एक्स है। ठीक है, सो बाई बार 1 बार का मतलब की होगा 0, 0 का बार की होएगा अपने को 1 होएगा। सो दिस इज अ टेबल ऑफ अ नॉट ऑपरेटर और यू कैन से अ ऑपरेशंस। नैक्सट इज अ एंड ऑपरेशंस। एंड ऑपरेशंस की करता है परफॉर्म द लॉजिकल मल्टीप्लाइकेशन। ऑलवेज कीप इन माइंड स्टूडेंट इतने कन्फ्यूज हो जाते हैं जो भी आप एंड ऑपरेटर यूज़ करांगे जो ऑपरेशन यूज़ करांगे ਇਹਦਾ मतलब की होगा लॉजिकल मल्टीप्लाइकेशन होगी। जिदा कि आप बाइनरी मल्टीप्लाइकेशन कर चुके हैं सेम अपने को वही रूल अपने को इतने अप्लाई होएगा। फॉर एग्जांपल इफ वन इनपुट वेरिएबल इज ए एंड अदर इनपुट वेरिएबल इज बी then the output variable will be x is equal to a dot b। मान लो कहता कि एक इनपुट जी है अपने को वेरीएबल ए है और दूसरा इनपुट वेरीएबल मेरे को बी है तो दैन अपने को आउटपुट वेरीएबल एक्स की आएगा, जो भी इनपुट्स होंगे उन्होंने की कर देगा मल्टीप्लाई कर देगा, दैट इज ए डॉट बी। द एक्सप्रेशन इज स्पोकन एज एक्स इज इक्वल टू ए एंड बी। द डॉट इंडिकेट द एंड फंक्शन। ये चीज़ ध्यान रखनी है, इतने गलती नहीं कर जाती। मल्टीप्लाइकेशन का मतलब ये नहीं है कि आप क्रॉस सिंबल यूज़ करांगे, नो। जो भी आप एंड ऑपरेशन यूज़ करांगे उत्थे आप मल्टीप्लाई अगर रिप्रेजेंट करना है एंड ऑपरेशन रिप्रेजेंट करना है उत्थे आप डॉट यूज़ करांगे। ठीक है, सो डॉट इज़ द सिंबल ऑफ आ एंड ऑपरेशन। जिदा कि नॉट बार दे नॉट ऑपरेशन दे अपने को ओवर बार यूज़ करते थे या प्राइम सिंबल यूज़ करते थे, जो आप एंड ऑपरेशन यूज़ करांगे उत्थे आप डॉट जोड़ा है उन्होंने आप एज ए एंड ऑपरेटर की यूज़ करांगे। ऑलवेज कीप इन माइंड जो भी आप एंड ऑपरेशन करांगे इनू घट्टो घट्ट 2 वेरीएबल चाहिए है तो ऑपरेट होएगा, सिंगल वेरीएबल पर ऑपरेट नहीं होएगा। लाइक अनलाइक अ नॉट
ਆਪਰੇਸ਼ਨ ਜਿਹੜਾ ਕਿ ਇੱਕ ਵੇਰੀਏਬਲ ਉੱਪਰ ਆਪਰੇਟ ਹੁੰਦਾ ਸੀਗਾ। ਸੋ ਐਂਡ ਆਪਰੇਸ਼ਨ ਨੂੰ ਪਰਫਾਰਮ ਕਰਨ ਲਈ ਘੱਟੋ ਘੱਟ 2 ਵੇਰੀਏਬਲ ਚਾਹੀਦੇ ਆ, 3 ਵੀ ਹੋ ਸਕਦੇ ਆ, 4 ਵੀ ਹੋ ਸਕਦੇ ਆ, ਐਂਡ ਨੰਬਰ ਆਫ ਇਨਪੁਟ ਜਿਹੜੀਆਂ ਆਪਣੇ ਕੋਲ ਕੋਈ ਵੀ ਹੋ ਸਕਦੀਆਂ, ਠੀਕ ਹੈ। ਇੱਕ ਤੋਂ ਜ਼ਿਆਦਾ ਹੋਏਗੀ, ਇੱਕ ਤੋਂ ਘੱਟ ਆਪਣੇ ਕੋਲ 2 ਤੋਂ ਘੱਟ ਇਨਪੁਟਸ ਨਹੀਂ ਹੋਣਗੀਆਂ। ਅਗਰ ਘੱਟ ਹੋਣਗੀਆਂ ਤੇ ਦੈਨ ਉੱਤੇ ਐਂਡ ਆਪਰੇਸ਼ਨ ਪਰਫਾਰਮ ਨਹੀਂ ਹੋਏਗਾ। ਸੋ ਆਊਟਪੁੱਟ ਕਿਸ ਫਾਰਮ ਦੇ ਵਿੱਚ ਆਏਗੀ, A into B ਆਏਗੀ, ਠੀਕ ਹੈ। ਰੂਲਸ ਕੀ ਹੋਏਗਾ ਆਪਣੇ ਕੋਲ, ਮੰਨ ਲਓ ਕਿ ਇੱਕ ਇਨਪੁਟ ਦੀ ਵੈਲਿਊ 0 ਹੈ ਔਰ ਦੂਜੀ ਦੀ ਵੀ 0 ਹੈ, 0 into 0 ਕੀ ਹੋਏਗਾ, 0 ਹੋਏਗਾ। ਦਿਸ इज अ रूल फॉर एंड ऑपरेशन। अगर एक इनपुट 0 है दूसरी 1 है, देन 0 मल्टीप्लाई 1 की होएगा 0, 1 मल्टीप्लाई 0 की होएगा 0, 1 मल्टीप्लाई 1 की होएगा 1। सो इन केस ऑफ एंड ऑपरेशन अगर दोनों ही इनपुट या सारिया इनपुट्स 1 होंगियां दैन ही अपने को आउटपुट 1 आएगी, अदरवाइज इन ऑल द केसेस आउटपुट की आएगी अपने को 0 आएगी। ऑब्वियस है, कॉमन सेंस है भी किसी भी चीज़ में अगर 0 ना मल्टीप्लाई करांगे तो आंसर अपने को आएगा 0 ही आएगा। सो ऑलवेज कीप इन माइंड। सो दिस इज अ ट्रुथ टेबल। फॉर एग्जांपल मान लो कि A एंड B मेरे को 2 इनपुट्स वेरिएबल है, X मेरे को आउटपुट वेरिएबल है। सो अगर A की वैल्यू 0 है और B की वैल्यू भी 0 है, दोनों की होगा मल्टीप्लाइकेशन होगी, दैट इज A डॉट B डॉट द मीन्स होगा मल्टीप्लाई। सो 0 into 0 हो जाएगा, देन 0 into 1 0, 1 into 0 0, 1 into 1 की हो जाएगा मेरे को 1 हो जाएगा। सो दिस इज नोन एज अ एंड ऑपरेशन। सो ਇਹਦੇ ਵਿੱਚ ਆਪਾਂ ਗ੍ਰਾਫਿਕਲੀ ਦੇਖ ਲਈਏ, ਮੰਨ ਲਓ ਮੇਰੇ ਕੋਲ ਸਰਕਿਟ ਹੈ, ਠੀਕ ਹੈ, ਸਵਿਚ ਲੱਗਿਆ ਹੋਇਆ ਹੈ। ਆਫ ਦਾ ਮਤਲਬ ਮੇਰੇ ਕੋਲ ਕੀ ਹੋਏਗਾ 0, ਠੀਕ ਹੈ। ਔਨ ਦਾ ਮਤਲਬ ਮੇਰੇ ਕੋਲ ਕੀ ਹੋਏਗਾ 1। ਪਹਿਲਾਂ ਆਪਾਂ ਸਿਨੈਰੀਓ ਦੇਖੀਏ, ਆਲਵੇਜ਼ ਕੀਪ ਇਨ ਮਾਈਂਡ ਜਿਹੜਾ ਇਹ ਵਾਲੀ ਚੀਜ਼ ਦਿਸ ਇਜ਼ ਅ ਬੈਟਰੀ, ਇੱਥੋਂ ਆਪਾਂ ਕਰੰਟ ਸਪਲਾਈ ਕਰਾਂਗੇ, ਠੀਕ ਹੈ। ਔਰ ਆਲਵੇਜ਼ ਕੀਪ ਇਨ ਮਾਈਂਡ ਕਰੰਟ ਉਦੋਂ ਫਲੋ ਕਰੇਗਾ ਜਦੋਂ ਕਲੋਜ਼ ਸਰਕਿਟ ਬਣੇਗਾ। अगर सर्किट क्लोज नहीं होएगा देन करंट फ्लो नहीं करेगा और कोई भी ऑपरेशन टास्क है परफॉर्म नहीं होएगा। और इन दिस केस दीज आर द स्विचेस जस्ट लाइक अ स्विचेस इन योर होम, लाइक जस्ट ऑन ऑफ करते हैं सेम उत्थे ਆਪਾਂ ਇੱਥੇ ਵੀ ਆਪਾਂ सेम वही प्रोसेस यूज़ कर रहे हैं। इन दिस केस अपने को ਜਿਹੜਾ ਇਹ ਸਵਿਚ ਹੈ ऑफ स्टेट ਵਿੱਚ है, दैट इज आल्सो है ऑफ स्टेट। ऑफ स्टेट मीन्स कि कोई भी करंट इतों पास नहीं करेगा। मान लो आप एग्जाम्पल ले रहे हैं A इज इक्वल टू 0, B इज इक्वल टू 1, दैट मीन्स A की वैल्यू 0 है और B की वैल्यू मेरे को की है 1 है। 0 का मतलब की होएगा ये स्विच मेरे को ऑफ रहेगा और 1 का मतलब कि स्विच मेरे को की हो जाएगा ऑन होएगा। देखो ध्यान दे नाल इत्थे अपने को स्विच मेरे को की हो गया ऑन हो गया, दैट मीन्स क्या इतों करंट पास हो सकता है। बट ध्यान ना देखो करंट अपने को इधरों आएगा, बट इत्थे मेरे को क्या स्विच ऑफ है। अगर ऑफ होएगा तो अगे करंट पास नहीं होएगा, अगर अगे करंट पास नहीं होएगा तो अगे जो भी सर्किट लग्या होएगा या कोई भी कंपोनेंट या पैरीफेरल या इक्विपमेंट लग्या होएगा उन्होंने कोई भी करंट पास ऑन नहीं होएगा तो जो अपने को लैंप है ये ऑन स्टेट में नहीं होएगा। सो इतों की क्लीयर हो रहा है कि अगर तुम ये लैंप ऑन करना है तो मेरे को सारे स्विच जो ऑन स्टेट में होने चाहिए। निचली एग्जाम्पल देख लीजिए, मान लो A की वैल्यू भी 1 है और B की वैल्यू भी 1 है। इन दिस केस की होएगा दोनों स्विच मेरे को की होंगे ऑन होंगे। हम देखो मेरे को क्लोज सर्किट बन गया है, जो मेरे को क्लोज सर्किट बनेगा करंट फ्लो करेगा और लैंप की हो गया मेरे को ऑन हो गया। ऑन मीन्स की हो गया मेरे को 1। सो टेबल भी यही शो हो रहा है, अगर दोनों इनपुट की वैल्यू 1 है तो आउटपुट की आएगी मेरे को 1 आएगी। अगर दोनों चो एक भी इनपुट 0 हो जाती है तो आउटपुट मेरे को की आएगी 0 आएगी, ठीक है। नैक्सट अपने को और ऑपरेशन दैट मीन्स लॉजिकल एडिशंस। दैट मीन्स और ऑपरेशन इज यूज फॉर आ लॉजिकल एडिशन। जो भी आप लॉजिकली ऐड करना है किसी भी वेरीएबल में उत्थे जो आप ऑपरेटर या ऑपरेशन यूज करांगे दैट इज नोन एज अ और ऑपरेशन। फॉर एग्जांपल इफ वन इनपुट वेरिएबल इज A and other input variable is B, then the output variable will be X is equal to A plus B। एंड ऑपरेशन ਦੇ ਵਿੱਚ ਕੀ ਹੋ ਰਿਹਾ ਸੀ A ਡਾਟ B ਹੋ ਰਿਹਾ ਸੀ, ਬਟ ਔਰ ਦੇ ਵਿੱਚ ਕੀ ਐਡ ਹੋਏਗਾ ਉੱਥੇ ਕੀ ਆ ਜਾਏਗਾ ਮੇਰੇ ਕੋਲ ਪਲੱਸ ਆ ਜਾਏਗਾ। ਸੋ ਆਪਾਂ ਕਿੱਦਾਂ ਐਕਸਪ੍ਰੈਸ਼ਨ ਨੂੰ ਸਪੋਕ ਕਰਾਂਗੇ, ਡੈਟ ਮੀਨਸ A ਔਰ B ਯਾਨੀ ਕਿ X is equal to A ਔਰ B ਹਮੇਸ਼ਾ ਆਪਾਂ ਕੈਪੀਟਲ ਲੈਟਰ ਦੇ ਵਿੱਚ ਲਿਖਾਂਗੇ। ਦ ਪਲੱਸ ਸਿੰਬਲ ਜਿਹੜਾ ਹੈ ਇੰਡੀਕੇਟ ਔਰ ਫੰਕਸ਼ਨ। इन केस ऑफ एंड विच की सी अपने को डॉट सीगा, इन केस ऑफ नॉट अपने को बार सी और प्राइम सी, और जो आप और की गल करांगे उत्थे जो आप सिंबल यूज़ करांगे प्लस सिंबल यूज़ करांगे, ठीक है। सो रूल्स अपने को की होंगे 0 + 0 इज 0, 0 + 1 इज 1, 1 + 0 इज 1, 1 + 1 इज 1, ठीक है। इन दिस केस कि अगर मेरे को एक भी इनपुट 1 हो जाती है बाकी इनपुट जो मर्जी हो तो आउटपुट मेरे को की आएगी 1 आएगी। ऑलवेज कीप इन माइंड, ठीक है। दिस इज अ रूल है, बट इतने एक चीज़ जी इंपॉर्टेंट है 1 + 1 इज ऑलवेज 1। इन केस ऑफ अ बाइनरी अर्थमेटिक वी विल यूज 1 + 1 इज इक्वल टू 1 0, बट इन केस ऑफ और ऑपरेशन की होएगा 1 + 1 इज ऑलवेज 1 होएगा, 1 0 नहीं होएगा। वो सिर्फ बाइनरी अर्थमेटिक होएगा। स्टूडेंट से अपने आप को कन्फ्यूज ना कर लें, क्योंकि आप और बेसिक
ਔਰ ਆਪਰੇਸ਼ਨ ਜਿਹੜਾ ਉਹ ਡਿਸਕਸ ਕਰ ਰਹੇ ਹਾਂ। ਔਰ ਆਪਰੇਸ਼ਨ ਦੇ ਵਿੱਚ 1 + 1 ਇਜ਼ ਆਲਵੇਜ਼ 1 ਹੋਏਗਾ। ਠੀਕ ਹੈ, ਸੋ ਇਹਦੀ ਆਊਟਪੁੱਟ ਹਾਈ ਕਦੋਂ ਹੋ ਰਹੀ ਹੈ, ਜਦੋਂ ਆਪਣੇ ਕੋਲ ਸਾਰੀਆਂ ਇਨਪੁਟਸ 1 ਹੋ ਰਹੀਆਂ ਹੈ, ਜਾਂ ਫਿਰ ਇੱਕ ਵੀ ਇਨਪੁਟ ਮੇਰੇ ਕੋਲ 1 ਹੋ ਰਹੀ ਹੈ, ਆਊਟਪੁੱਟ ਕੀ ਆਏਗੀ ਮੇਰੇ ਕੋਲ 1 ਆਏਗੀ। ਅਦਰਵਾਈਜ਼ ਅਗਰ ਸਾਰੀਆਂ ਇਨਪੁਟ 0 ਹੈ ਤੇ ਆਊਟਪੁੱਟ ਮੇਰੇ ਕੋਲ ਕੀ ਆਏਗੀ 0 ਆਏਗੀ। ਦਿਸ ਇਜ਼ ਦ ਟੇਬਲ। A and B are the input variables and x is equal to a plus is the output variable. So you can see that if value of a is 0 and the value of b is 0, the output will be 0, that is a plus b, that is 0 plus 0 की होएगा 0. Similarly last case देख लिए, value of a is 1, value of b is 1, then 1 plus 1 की आएगा अपने को हमेशा 1 आएगा। सो ऑलवेज कीप इन माइंड जिन्ने भी आप लॉजिक सर्किट डिजाइन करने हैं सारिਆਂ ਦੇ ਵਿੱਚ ਸਿਰਫ ਇਹ ਤਿੰਨ ਬੇਸਿਕ ਆਪਰੇਸ਼ਨ ਹੀ ਯੂਜ਼ ਹੋਣਗੇ। ਤੁਹਾਨੂੰ ਉਹਦਾ ਸਿੰਬਲਸ ਪਤਾ ਹੋਣਾ ਚਾਹੀਦਾ ਹੈ, ਉਹਦਾ ਐਕਸਪ੍ਰੈਸ਼ਨ ਪਤਾ ਹੋਣਾ ਚਾਹੀਦਾ ਹੈ, ਦੈਨ ਹੀ ਤੁਸੀਂ ਪਰਟੀਕੂਲਰ ਜਿਹੜਾ ਆਪਰੇਸ਼ਨ ਹੈ ਤੁਸੀਂ ਉਹਨੂੰ ਪਰਫਾਰਮ ਕਰ ਸਕਦੇ ਹੋ। ਆਲਵੇਜ਼ ਕੀਪ ਇਨ ਮਾਈਂਡ ਐਕਸਪ੍ਰੈਸ਼ਨ ਦਾ ਮਤਲਬ ਦਿਸ ਵਨ a + b ਜਾਂ a ਡਾਟ b, ਜਾਂ ਅਗਰ ਆਪਾਂ ਨੋਟ ਗੇਟ ਦੀ ਗੱਲ ਕਰੀਏ ਉੱਥੇ ਆਪਣੇ ਕੋਲ ਕੀ ਆਏਗੀ ਬਾਰ ਆਏਗੀ। ਸੋ ਔਰ ਆਪਰੇਸ਼ਨ ਵੀ ਆਪਣੇ ਕੋਲ ਆਪਰੇਟ ਹੋਣ ਲਈ ਉਹਨੂੰ ਘੱਟੋ ਘੱਟ 2 ਵੇਰੀਏਬਲ ਚਾਹੀਦੇ ਆ। ਠੀਕ ਹੈ, 2 ਵੀ ਹੋ ਸਕਦੇ ਆ, 3 ਵੀ ਹੋ ਸਕਦੇ, 4 ਵੀ ਐਂਡ ਸੋ ਔਨ। ਬਟ ਜਦੋਂ ਆਪਣੇ ਕੋਲ ਇੱਕ ਵੇਰੀਏਬਲ ਹੋਏਗਾ ਉੱਤੇ ਔਰ ਆਪਰੇਸ਼ਨ ਆਪਰੇਟ ਨਹੀਂ ਹੋਏਗਾ। ਸਿਰਫ ਨੋਟ ਆਪਰੇਸ਼ਨ ਇੱਕ ਇਹੋ ਜਿਹਾ ਆਪਰੇਸ਼ਨ ਹੈ ਜਿਹੜਾ ਕਿ ਸਿੰਗਲ ਵੇਰੀਏਬਲ ਆਪਰੇਟ ਹੋਏਗਾ। ਬਾਕੀ ਆਪਣੇ ਕੋਲ ਇਹ ਦੋ ਆਪਰੇਸ਼ਨਸ ਹੈ, ਉਹਨਾਂ ਨੂੰ ਆਪਰੇਟ ਹੋਣ ਲਈ ਘੱਟੋ ਘੱਟ 2 ਇਨਪੁਟਸ ਚਾਹੀਦੀਆਂ ਹੈ। 3 ਵੀ ਹੋ ਸਕਦੀਆਂ ਹੈ, 4 ਵੀ ਹੋ ਸਕਦੀਆਂ ਐਂਡ ਸੋ ਔਨ। ਸਿਮਿਲਰਲੀ ਆਪਾਂ ਸਵਿਚ ਦੇ ਨਾਲ ਐਗਜ਼ਾਮਪਲ ਕਰੀਏ। ਇਨ ਦਿਸ ਕੇਸ ਦਿਸ ਇਜ਼ ਅ ਬੈਟਰੀ, ਕਰੰਟ ਆਪਣੇ ਕੋਲ ਇਸ ਤਰੀਕੇ ਨਾਲ ਫਲੋ ਹੋਏਗਾ ਐਂਡ ਥੀਸ ਆਰ ਦ 2 ਸਵਿਚਸ ਦੈਟ ਇਜ਼ ਨਾ ਪੈਰਲਲ। ਪ੍ਰੀਵੀਅਸ ਅਗਰ ਗੱਲ ਕਰੀਏ ਉਹ ਆਪਣੇ ਕੋਲ ਸੀਰੀਜ਼ ਵਿੱਚ ਸਵਿਚਿਸ ਸੀਗੇ। ਜਦੋਂ ਆਪਾਂ ਐਂਡ ਗੇਟ ਦੀ ਗੱਲ ਕਰਾਂਗੇ, ਜਦੋਂ ਆਪਣੇ ਕੋਲ ਔਰ ਗੇਟ ਆਏਗਾ ਸਵਿਚਿਸ ਆਪਣੇ ਕੋਲ ਪੈਰਲਲ ਹੋਣਗੇ। ਠੀਕ ਹੈ, ਸੀਰੀਜ਼ ਦਾ ਮਤਲਬ ਕੀ ਹੈ, ਇਨ ਦ ਸੇਮ ਲਾਈਨ ਲਾਈਕ ਦਿਸ ਵਨ, ਦਿਸ ਇਜ਼ ਨੋਨ ਐਜ਼ ਅ ਸੀਰੀਜ਼। ਇੱਕੋ ਲਾਈਨ ਦੇ ਵਿੱਚ ਅਗਰ ਆਪਣੇ ਸਵਿਚਿਸ ਉਹਨਾਂ ਨੂੰ ਸੀਰੀਜ਼ ਕਹਿੰਦੇ ਆ। ਐਂਡ ਸਿਮਿਲਰਲੀ ਅਗਰ ਆਪਣੇ ਕੋਲ ਔਰ ਆਪਰੇਸ਼ਨ ਦੀ ਗੱਲ ਕਰਾਂਗੇ ਉੱਥੇ ਆਪਣੇ ਕੋਲ ਜਿਹੜੇ ਸਵਿਚਿਸ ਹੋਣਗੇ ਪੈਰਲਲ ਹੋਣਗੇ। ਮੰਨ ਲਓ ਮੇਰੇ ਕੋਲ A ਦੀ ਵੈਲਿਊ ਵੀ 0 ਹੈ ਔਰ B ਦੀ ਵੈਲਿਊ ਵੀ 0, ਦੈਟ ਮੀਨਸ ਕਿ ਸਵਿਚ ਮੇਰੇ ਕੋਲ ਆਫ ਸਟੇਟ ਵਿੱਚ ਹੋਏਗਾ। ਆਫ ਸਟੇਟ ਵਿੱਚ ਹੋਏਗਾ ਤੇ ਕਰੰਟ ਅੱਗੇ ਫਲੋ ਨਹੀਂ ਹੋਏਗਾ। ਅਗਰ ਫਲੋ ਨਹੀਂ ਹੋਏਗਾ ਤੇ ਇਹਦਾ ਲੈਂਪ ਜਿਹੜਾ ਔਨ ਨਹੀਂ ਹੋਏਗਾ, ਇਹ ਆਫ ਸਟੇਟ ਵਿੱਚ ਹੀ ਰਹੇਗਾ। ਦੈਟ ਮੀਨਸ ਕਿ ਇਹਦੀ ਵੈਲਿਊ ਕੀ ਰਹੇਗੀ ਆਪਣੇ ਕੋਲ 0 ਰਹੇਗੀ, ਲਾਈਕ ਦਿਸ 0 ਐਂਡ 0। ਸਿਮਿਲਰਲੀ ਇਨ ਦਿਸ ਕੇਸ ਮੰਨ ਲਓ ਮੇਰੇ ਕੋਲ A ਦੀ ਵੈਲਿਊ 0 ਹੈ ਔਰ B ਦੀ ਵੈਲਿਊ 1 ਹੈ। ਔਰ ਮੈਂ ਤੁਹਾਨੂੰ ਦੱਸ ਚੁੱਕੇ ਹਾਂ ਕਿ ਜਦੋਂ ਸਰਕਿਟ ਕਲੋਜ਼ ਬਣੇਗਾ ਤੇ ਦੈਨ ਹੀ ਆਪਣੇ ਕੋਲ ਜਿਹੜਾ ਕਰੰਟ ਹੈ ਫਲੋ ਕਰੇਗਾ। ਕਲੋਜ਼ ਸਰਕਿਟ ਦੇ ਵਿੱਚ ਕਰੰਟ ਆਪਣੇ ਕੋਲ ਕੀ ਕਰਦਾ ਹੈ, ਫਲੋ ਕਰਦਾ ਹੈ। ਨਾਓ A ਦੀ ਵੈਲਿਊ ਤਾਂ 0 ਹੈ ਬਟ B ਦੀ ਵੈਲਿਊ ਕੀ ਹੋ ਗਈ 1, 1 ਮੀਨਸ ਕੀ ਹੋ ਗਿਆ ਔਨ। ਸੋ ਇਹ ਵਾਲਾ ਸਵਿਚ ਨੀਚੇ ਵਾਲਾ ਸਵਿਚ ਹੈ ਇਹ ਔਨ ਹੋ ਜਾਏਗਾ ਔਰ ਦੇਖੋ ਜਦੋਂ ਹੀ ਔਨ ਹੋਇਆ ਤਾਂ ਆਪਣੇ ਕੋਲ ਲੈਂਪ ਕੀ ਗਲੋ ਕਰ ਗਿਆ, ਉਹਦੀ ਵੈਲਿਊ ਕੀ ਹੋ ਗਈ ਔਨ। ਔਨ ਮੀਨਸ ਕੀ ਹੋ ਗਿਆ 1। ਸੋ ਜਿਹੜਾ ਕਰੰਟ ਹੈ ਇਹ ਰੈਡ ਲਾਈਨ ਨਜ਼ਰ ਆ ਰਹੀਆਂ ਇੱਥੋਂ ਫਲੋ ਹੋਏਗਾ। ਕਲੀਅਰ। तो अगर करंट फ्लो हो गया, देखो एक क्लोज सर्किट बन गया है तो करंट फ्लो होना शुरू हो जाएगा और यदि वैल्यू की आ जाएगी मेरे को 1 आ जाएगी। सो जो भी ऑर गेट की गल करांगे अगर एक भी इनपुट 1 हो जाती है बाकी इनपुट जो मर्जी हो आउटपुट की हैगी हमेशा मेरे को 1 आएगी। आई होप कि शायद तुसीं ये तिन्ने बेसिक लॉजिक ऑपरेशन तुहानूं समझ आ गए है। सो किहड़े किहड़े है, 1 इज़ नॉट, सैकेंड इज़ एंड थर्ड 1 इज़ द आर। नॉट ਜਿਹੜਾ ਆਪਰੇਟਰ ਹੋਏਗਾ ਸਿੰਗਲ ਵੇਰੀਏਬਲ ਆਪਰੇਟ ਹੋਏਗਾ ਐਂਡ ਜਿਹੜਾ ਔਰ ਹੈ ਇਹਨੂੰ ਆਪਰੇਟ ਹੋਣ ਲਈ ਘੱਟੋ ਘੱਟ 2 ਵੇਰੀਏਬਲ ਚਾਹੀਦੇ ਆ। ਅਗਰ ਸਿੰਗਲ ਵੇਰੀਏਬਲ ਹੋਏਗਾ ਉੱਤੇ ਐਂਡ ਔਰ ਆਪਰੇਸ਼ਨ ਪਰਫਾਰਮ ਨਹੀਂ ਹੋਣਗੇ। ਅਗਰ ਆਪਾਂ ਸਿੰਬਲ ਦੀ ਗੱਲ ਕਰੀਏ ਨॉट ਦਾ ਸਿੰਬਲ ਆਪਣੇ ਕੋਲ ਬਾਰ ਹੋਏਗੀ ਜਾਂ ਪ੍ਰਾਈਮ ਸਿੰਬਲ ਯੂਜ਼ ਕਰਾਂਗੇ ਨॉट ਆਪਰੇਸ਼ਨ ਨੂੰ ਰਿਪਰੈਜ਼ੈਂਟ ਕਰਨ ਲਈ। ਅਗਰ ਆਪਾਂ ਐਂਡ ਆਪਰੇਸ਼ਨ ਦੀ ਗੱਲ ਕਰੀਏ ਉੱਥੇ ਆਪਾਂ ਡਾਟ ਜਿਹੜਾ ਸਿੰਬਲ ਹੈ ਯੂਜ਼ ਕਰਾਂਗੇ ਜਿਹੜਾ ਕਿ ਐਂਡ ਆਪਰੇਸ਼ਨ ਨੂੰ ਰਿਪਰੈਜ਼ੈਂਟ ਕਰੇਗਾ। ਐਂਡ ਸਿਮਿਲਰਲੀ ਇਨ ਕੇਸ ਆਫ ਔਰ ਆਪਰੇਸ਼ਨ ਉੱਥੇ ਆਪਾਂ ਪਲੱਸ ਸਿੰਬਲ ਯੂਜ਼ ਕਰਾਂਗੇ ਟੂ ਰਿਪਰੈਜ਼ੈਂਟ ਆ ਔਰ ਆਪਰੇਸ਼ਨ। ਸੋ ਥੀਸ ਆਰ ਦਾ 3 ਬੇਸਿਕ ਲੌਜਿਕ ਆਪਰੇਸ਼ਨਸ, ਨॉट ਐਂਡ ਐਜ਼ ਵੈਲ ਐਜ਼ ਔਰ। ਇਹ ਆਪਰੇਸ਼ਨਸ ਅੱਗੇ ਜਾ ਕੇ ਆਪਣੇ ਕੋਲ ਬਹੁਤ ਜ਼ਿਆਦਾ ਕੰਮ ਆਉਣਗੇ। ਹਰ ਇੱਕ ਸਰਕਿਟ ਜਿਹੜਾ ਬਣਾਉਣਾ ਹੈ ਉੱਥੇ ਆਪਣੇ ਕੋਲ ਡਾਇਰੈਕਟਲੀ ਔਰ ਇਨਡਾਇਰੈਕਟਲੀ ਇਹ ਆਪਰੇਸ਼ਨਸ ਆਪਣੇ ਕੋਲ ਕੰਮ ਆਉਣਗੇ। Clear? So this is about a basic logic operations. Next is the evaluation of Boolean expression using a truth table. ਇਹਦਾ ਮਤਲਬ ਇਹ ਹੈ ਕਿ ਜਿਹੜਾ ਐਕਸਪ੍ਰੈਸ਼ਨ ਹੋਏਗਾ Boolean expression ਉਹਨੂੰ ਆਪਾਂ evaluate ਕਰਨਾ ਹੈ by using a truth table। ਕਿਸ ਤਰੀਕੇ ਨਾਲ? ਫਸਟ ਆਫ ਆਲ ਇਹਨੂੰ ਡਿਸਕਸ ਕਰਨ ਤੋਂ ਪਹਿਲਾਂ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ Boolean expression ਕਿਹਨੂੰ ਕਹਿੰਦੇ ਹੈ, ਜਾਂ ਆਪਣੇ ਕੋਲ Boolean expression ਨੂੰ ਆਪਾਂ logical expression ਜਾਂ Boolean function ਵੀ ਕਹਿੰਦੇ ਆ। ਸੋ ਕੀ ਹੁੰਦਾ ਹੈ, ਪਹਿਲੀ ਗੱਲ ਤਾਂ ਐਕਸਪ੍ਰੈਸ਼ਨ ਦੀ ਗੱਲ ਕਰੀਏ। ਐਕਸਪ੍ਰੈਸ਼ਨ ਦਾ ਮਤਲਬ ਹੁੰਦਾ ਹੈ ਕਿ ਜਿਹਦੇ ਵਿੱਚ ਆਪਣੇ ਕੋਲ ਆਪਰੈਂਟਸ ਐਂਡ ਆਪਰੇਟਰਸ ਦੋਨੇ ਹੋਣਗੇ ਦੈਨ ਆਪਣੇ ਕੋਲ ਐਕਸਪ੍ਰੈਸ਼ਨ ਬਣੇਗਾ। ਆਪਰੈਂਟ ਦਾ ਮਤਲਬ ਹੁੰਦਾ ਹੈ ਤੁਹਾਡੇ ਵੇਰੀਏਬਲ ਵੀ ਹੋ ਸਕਦੇ ਹੈ ਜਾਂ ਤੁਹਾਡਾ ਕਾਂਸਟੈਂਟ ਵੀ ਹੋ ਸਕਦਾ ਹੈ। ਆਪਰੇਟਰ ਦਾ ਮਤਲਬ ਕੀ ਹੋਏਗਾ, ਤੁਹਾਡੇ ਕੋਲ ਜਿਹੜਾ ਸਿੰਬਲ ਹੈ ਪਲੱਸ ਮਾਈਨਸ ਗ੍ਰੇਟਰ ਦੈਨ ਇਜ਼ ਇਕੁਅਲ ਟੂ ਕੋਈ ਵੀ ਆਪਣੇ ਕੋਲ ਜਿਹੜਾ ਸਿੰਬਲ ਹੋਏਗਾ ਉਹ ਐਜ਼ ਅ ਆਪਰੇਟਰ ਕੰਮ ਕਰੇਗਾ। ਅਗਰ ਦੋਨੇ ਚੀਜ਼ਾਂ ਹੋਣਗੀਆਂ ਤੇ ਦੈਨ ਦੈਟ ਇਜ਼ ਨੋਨ ਐਜ਼ ਅ ਐਕਸਪ੍ਰੈਸ਼ਨ। So in this example you can see that
A is greater than B, A and B are the operands, ਠੀਕ ਆ। ਆਪਾਂ ਦੱਸਿਆ ਕਿ operands may be a variable ਹੋ ਸਕਦੇ ਔਰ may be a constant। ਇਹਨਾਂ ਦੋਨਾਂ ਦੇ ਵਿੱਚ ਆਪਰੇਟਰ ਕਿਹੜਾ ਲੱਗਿਆ ਹੋਇਆ ਆਪਣੇ ਕੋਲ, this one, relational operator ਲੱਗਿਆ ਹੋਇਆ। so this is known as a expression। similarly ਦੇਖੋ in this expression both are the variables। similarly 5 plus A, that is also expression। one operand is constant and other one is a वेरीएबल। सो ए की वैल्यू कोई भी हो सकती है, 1 2 3 अपन पता कि वेरीएबल होंगे है, इट कैन टेक एनी वैल्यू 1 2 3 4 5 एंड सो ऑन। मैं नॉर्मल एक्सप्रेशन की गल कर रहा, ठीक है। और इन्होंने ऑपरेटर किहड़ा मेरे को प्लस है। सो दैट मीनस की बन गया मेरे को एक्सप्रेशन। अगर मैं कला 5A लिखूँगा तो दैन वो एक्सप्रेशन नहीं होएगा, बिकॉज अपने को ऑपरेंट तो है बट और अपने को ऑपरेटर अवेलेबल नहीं है। सो एक्सप्रेशन किदों बनेगा, जो मेरे को ऑपरेंट भी होएगा एज वेल एज ऑपरेटर भी होएगा, दैन यू कैन से एक्सप्रेशन। सिमिलरली दिस इज आल्सो एक्सप्रेशन जिहदे अपने को न्यूमेरिक डाटा है 6 + 7 - 8 × 2। इन दिस केस यू कैन सी डैट अपने को ऑपरेंट्स भी है इन द फॉर्म ऑफ कॉन्स्टेंट, अपने को ऑपरेटर्स भी है, प्लस माइनस मल्टीप्लाई, दिस इज अ ऑपरेटर। सो दिस इज अ सिंपल एक्सप्रेशन। नाउ बूलियन एक्सप्रेशन की होएगा, ऑलवेज कीप इन माइंड डेफिनेशन ਉਹਦੀ सेम एज इट इज होएगी। डिफरेंस की होएगा, ਜਦੋਂ ਆਪਾਂ ਬੂਲੀਅਨ ਐਕਸਪ੍ਰੈਸ਼ਨ ਦੀ ਗੱਲ ਕਰਾਂਗੇ ਉਹਦਾ ਮਤਲਬ ਹੀ ਹੋਏਗਾ ਆਪਣੇ ਕੋਲ ਬੂਲੀਅਨ ਦਾ ਮਤਲਬ ਹੁੰਦਾ ਹੈ 0 ਔਰ 1, ਔਨ ਔਰ ਆਫ, ਟਰੂ ਔਰ ਫਾਲਸ, ਯੈਸ ਔਰ ਨੋ। ਜਦੋਂ ਆਪਣੇ ਕੋਲ ਸਿਰਫ ਦੋ ਹੀ ਵੈਲਿਊਜ਼ ਹੋਣਗੀਆਂ 0 ਔਰ 1 ਹੋਏਗਾ, ਉੱਥੇ ਆਪਾਂ ਵਰਡ ਯੂਜ਼ ਕਰਦੇ ਹਾਂ ਬੂਲੀਅਨ, ठीक है। सो अपन पता कि डिजिटल डाटा है तो जो भी आप डील करा हमेशा 0 एंड 1 के नाल डील करा। सो दैट वाई अपने को सिंपल एक्सप्रैशन ही होएगा, उन्होंने आप कहांगे वूलियन एक्सप्रैशन और यू कैन से लॉजिकल एक्सप्रैशन। सो की है वूलियन एक्सप्रैशन इज एन एक्सप्रैशन विच इज कंपोज्ड ऑफ अ कॉम्बिनेशन ऑफ वूलियन कॉन्स्टेंट, वूलियन वेरीएबल्स एंड लॉजिकल कनैक्टिविटीज़। ਇਹਦਾ मतलब यह है कि ਜਿਹੜਾ ਵੂਲੀਅਨ ਐਕਸਪ੍ਰੈਸ਼ਨ ਹੈ ਇਹ ਐਕਸਪ੍ਰੈਸ਼ਨ ਹੈ विच इज कंपोज ऑफ कितों बनया होया है, कंबीनेशन ऑफ वूलियन कॉन्स्टेंट। वूलियन कॉन्स्टेंट किहड़ा होएगा 1 और 0। 1 का मतलब हमेशा 1 ही रहेगा, 0 का मतलब हमेशा 0 ही रहेगा। वूलियन वेरीएबल वो वेरीएबल जिहड़ी वैल्यू या तो 0 होएगी या उसकी वैल्यू 1 होएगी, दैन यू कैन से दिस इज अ वूलियन वेरीएबल। अगर आप नीचे गल करिए जिथे अपने को वेरीएबल्स है, नॉर्मल वेरीएबल्स है, वूलियन वेरीएबल नहीं है, यदि वैल्यू 0 भी हो सकती है, 1 भी, 2 भी, 3 भी एंड सो ऑन, दैन दैट इज नोन एज अ नॉर्मल वेरीएबल। बट जो वूलियन वेरीएबल की गल होएगी वो वेरीएबल जी की वैल्यू चेंज होएगी बिटवीन 0 एंड 1 ओनली, दैन यू कैन से दिस इज अ वूलियन वेरीएबल। या कह सकते हो कि वो वेरीएबल जी वैल्यू या 0 है या 1 होएगी, दैट इज नोन एज अ वूलियन वेरीएबल, ठीक है। एंड लॉजिकल कनैक्टिविटीज़, लॉजिकल कनैक्टिविटी मीनस लॉजिकल फंक्शंस। अपने को हुणे डिस्कस कर चुके हैं 3 बेसिक लॉजिक फंक्शन है, किहड़े लॉजिकल एंड, लॉजिकल और एज वेल एज अ लॉजिकल नॉट, ठीक है। अपने को 3 ही अपने को ऑपरेटर यू कैन से लॉजिकल ऑपरेटर कह सॉरी वूलियन ऑपरेटर कह सकते हैं, जां लॉजिकल कनैक्टिविटी भी कह सकते हैं। ये 3 ऑपरेटर्स ही होंगे। बट अगर मैथेमैटिक्स की गल करिए वो अपने को बहुत सारे ऑपरेटर्स होंगे, प्लस माइनस मल्टीप्लाई डिवाइड मॉडुलस ग्रेटर दैन इज इक्वल टू लेस दैन इज इक्वल टू, बहुत सारे नंबर ऑफ ऑपरेटर्स आर अवेलेबल इन मैथेमैटिक्स। बट जो आप डिजिटल सिस्टम की गल करा उत्थे अपने को 3 ही ऑपरेटर्स होंगे, that is and, logical or as well as a logical not। so boolean expression की हो गया ਜਿਹਦੇ ਵਿੱਚ boolean constant भी होएगा या boolean variable and logical operation भी कह सकते हो या logical connectivity भी कह सकते हो। अगर ये दोनों चीज़ां होणगियां then you can say this is a boolean expression। so each boolean expression represent a boolean function। सो ਜਿਹੜਾ ਵੀ ਆਪਣੇ ਕੋਲ ਕੋਈ ਵੀ ਬੂਲੀਅਨ ਐਕਸਪ੍ਰੈਸ਼ਨ ਹੋਏਗਾ ਉਹਨੂੰ ਆਪਾਂ ਕੀ ਕਰ ਬੂਲੀਅਨ ਫੰਕਸ਼ਨ ਦੇ ਨਾਲ ਕੀ ਕਰ ਸਕਦੇ ਉਹਨੂੰ ਆਪਾਂ ਰਿਪਰੈਜ਼ੈਂਟ ਕਰ ਸਕਦੇ। and the most important boolean expression always produced a boolean value। always keep in mind ਜਿਹੜਾ boolean expression ਹੋਏਗਾ ਉਹ ਹਮੇਸ਼ਾ ਹੀ ਆਪਣੇ ਕੋਲ boolean value represent करे produce करेगा। that means ਜਾਂ value ਦੀ 1 ਆਏਗੀ expression ਦੀ ਜਾਂ ਉਹਦੀ value ਕੀ ਆਏਗੀ 0 ਆਏਗੀ, ਇਸ ਤੋਂ ਇਲਾਵਾ ਹੋਰ ਕੋਈ value नहीं आएगी। always keep in mind। दोबारा रिपीट कर रहे हाँ वूलियन एक्सप्रैशन ऑलवेज प्रोड्यूस आ वूलियन वैल्यू। आप हमने डिस्कस कर चुके हैं वूलियन का मतलब की होंगे 0 और 1। सो इस एक्सप्रैशन की जी वैल्यू हैगी हमेशा ही 0 और 1 ही प्रोड्यूस करेगा, इस तो इलावा कोई भी वैल्यू प्रोड्यूस नहीं करेगा। फॉर एग्जाम्पल दिस वी कैन से दिस इज अ वूलियन एक्सप्रैशन। किस तरीके नाल ABCD आर द वेरीएबल्स, यस ओके वेरीएबल्स है, दैन यू कैन सी दैट ABCD they are multiplying with each others, that means की हो रहा है एंड ऑपरेशन हो रहा है। एंड सिमिलरली अपने को A ਦੇ ਉੱਪਰ बार है, B ਦੇ ਉੱਪਰ बार है, C ਦੇ ਉੱਪਰ बार है, D ਦੇ नॉट ऑपरेशन भी है।
ठीक है, इन ऑल द यू कैन सी दैट। सो दिस इज नोन एज अ बूलियन एक्सप्रेशन और यू कैन से अ बूलियन फंक्शन। ठीक है, जरूरी नहीं है कि ਤਿੰਨੇ ਆਪਰੇਸ਼ਨਸ ਇਕੱਠੇ ਹੋਣ, ਇੱਕ ਅਗਰ ਇੱਕ ਵੀ ਆਪਰੇਸ਼ਨ ਆ ਜਾਂਦਾ ਹੈ ਤਾਂ ਦੈਨ ਉਹ ਬੂਲੀਅਨ ਐਕਸਪ੍ਰੈਸ਼ਨ ਬਣ ਜਾਏਗਾ। ਫॉर एग्जांपल a ਡਾਟ b, ਹੁਣ a ਐਂਡ b ਆਰ ਦਾ ਬੂਲੀਅਨ ਵੇਰੀਏਬਲਸ ਹੋ ਗਏ, ਡਾਟ ਮੇਰੇ ਕੋਲ ਕੀ ਹੋ ਗਿਆ, ਲੌਜੀਕਲ ਐਂਡ ਆਪਰੇਸ਼ਨ ਹੋ ਗਿਆ। ਠੀਕ ਹੈ, दैट इज आल्सो नोन एज अ ਬੂਲੀਅਨ ਐਕਸਪ੍ਰੈਸ਼ਨ। ਕਲੀਅਰ, ਇਹ ਮੈਂ ਸਿਰਫ ਐਗਜ਼ਾਮਪਲ ਦਿੱਤੀ ਹੋਈ ਹੈ। ਸਿਮਿਲਰਲੀ ਇਹਨੂੰ ਵੀ a b prime c, that is also known as a boolean expression because a b c are the operands or you can say boolean variables, और अपने को लिए b prime है that is also a operator है, ਆਪਾਂ डिस्कस कर चुके हैं, not operator है, तो that is also known as a boolean expression। ਇਹਨੂੰ ਆਪਾਂ ਇਸ ਤਰੀਕੇ ਨਾਲ ਵੀ ਲਿਖ ਸਕਦੇ ਹਾਂ a b bar c। ਹੁਣ ਦੇਖੋ ਇਹਦੇ ਵਿੱਚ a b c ਆਪਸ ਵਿੱਚ ਮਲਟੀਪਲਾਈ ਹੋ ਰਹੇ ਆ ਔਰ b ਦੇ ਉੱਪਰ ਕੀ ਨੋਟ ਆਪਰੇਸ਼ਨ ਪਰਫਾਰਮ ਹੋ ਰਿਹਾ। ਦਿਸ ਇਜ਼ ਆਲਸੋ ਨੋਨ ਐਜ਼ ਅ ਬੂਲੀਅਨ ਐਕਸਪ੍ਰੈਸ਼ਨ। आई होप कि शायद तुहानू डेफिनेशन क्लीयर हो गई होगी। बूलियन एक्सप्रैशन किहनू कहते हैं, जिहदे विच बूलियन कॉन्सटेंट कंबीनेशन ऑफ अ बूलियन कॉन्सटेंट्स, बूलियन वेरीएबल्स एंड लॉजिकल ऑपरेशंस। ठीक है, किहड़े लॉजिकल एंड, लॉजिकल और एंड लॉजिकल नॉट, ये तीन ऑपरेशंस होंगे, उन्होंने आपां बूलियन एक्सप्रैशन कहांगे। और बूलियन जिहड़ा एक्सप्रैशन है ऑलवेज प्रोड्यूस अ वैल्यू 0 और 1। क्लीयर। सो नैक्सट टॉपिक है एवैल्यूएशन। हुण आपां इस टॉपिक नूं डिटेल में डिस्कस करांगे। कोई भी मेरे को एक्सप्रैशन गिवन होएगा और उन्होंने आपां एवैल्यूएट करना है यूजिंग अ ट्रुथ टेबल। सो की कह रहा है, टू स्टडी अ लॉजिकल एक्सप्रैशन इट इज़ यूजफुल टू कंस्ट्रक्ट अ टेबल फॉर द वेरिएबल्स एंड देन टू एवैल्यूएट द एक्सप्रैशन फॉर ईच ऑफ द पॉसिबल कंबीनेशन ऑफ द वेरीएबल। अगर मान लो किसी लॉजिकल एक्सप्रैशन आप अंडरस्टैंड करना है या स्टडी करना है, ਉਹਦੇ ਵਾਸਤੇ ਆਪਣੇ ਕੋਲ ਜਿਹੜਾ ਟੇਬਲ ਹੈ ਉਹ ਸਾਡੀ ਹੈਲਪ ਕਰੇਗਾ। ਠੀਕ ਹੈ, ਕੀ ਕਰੇਗਾ, ਜਿੰਨੇ ਵੀ ਆਪਣੇ ਕੋਲ ਵੇਰੀਏਬਲਸ ਹੋਣਗੇ ਉਹਨਾਂ ਦਾ ਟੇਬਲ ਕ੍ਰੀਏਟ ਕਰੇਗਾ ਐਂਡ ਦੈਨ ਐਵੈਲਿਊਏਟ ਕਰੇਗਾ ਐਕਸਪ੍ਰੈਸ਼ਨ ਨੂੰ ਫॉर ਈਚ ਪੋਸੀਬਲ ਕੰਬੀਨੇਸ਼ਨ ਆਫ ਦਾ ਵੇਰੀਏਬਲ। ਸੋ ਜਿੰਨੇ ਵੀ ਵੇਰੀਏਬਲ ਦੇ ਡਿਫਰੈਂਟ ਪੋਸੀਬਲ ਕੰਬੀਨੇਸ਼ਨ ਹੋਣਗੇ ਉਹਨਾਂ ਨੂੰ ਕੀ ਕਰੇਗਾ, ਐਵੈਲਿਊਏਟ ਕਰੇਗਾ। ਹੁਣ ਇਹ ਕਲੀਅਰ ਹੋ ਜਾਏਗਾ। ਮੰਨ ਲਓ ਮੇਰੇ ਕੋਲ एग्जांपल है और यू कैन से एक्सप्रेशन है x plus y z bar। और दिस इज अ बूलियन एक्सप्रेशन बिकॉज वेरीएबल्स भी है एज वेल एज अपने को बूलियन और यू कैन से लॉजिकल ऑपरेशन भी है। किहड़ा इत्थे अपने को और ऑपरेशन है एंड अपने को नॉट ऑपरेशन भी है और वाई जेड आपस की हो रहे मल्टीप्लाई हो रहे अपने को एंड ऑपरेशन भी है। सो वेरीएबल्स किहड़े होणगे अपने को 3 वेरीएबल्स है, किहड़े एक्स वाई एंड जेड। ऑलवेज कीपिंग इन माइंड जो भी आपां बूलियन एक्सप्रेशन नूं एवैल्यूएट करना है यूजिंग अ ट्रुथ टेबल, उत्थे जिहड़े आपां वेरीएबल्स लवांगे एज आ इनपुट हमेशा डायरैक्ट फॉर्म दे विच होणगे। डायरैक्ट फॉर्म का मतलब है कि जिस वेरीएबल उपर कोई भी बार नहीं होएगी वो अपने को डायरैक्ट फॉर्म होएगी। अगर किसी वेरीएबल उपर बार आ जाती है तो अपने को होएगा कॉम्पलीमेंट फॉर्म होएगी। क्लीयर। सो जो भी अपने को एक्सप्रैशन गिवन है चाहे वो अपने को कॉम्पलीमेंट फॉर्म दी हुई है बट एज आ इनपुट आप डायरैक्ट फॉर्म लवांगे। सो अपने को 3 वेरीएबल्स एक्स वाई जेड तो अपने को कंबीनेशन बन के दिस वन एक्स वाई जेड। ਹੁਣ ਇਹ ਕੰਬੀਨੇਸ਼ਨ ਦੇ ਟੋਟਲ ਕਿੰਨੇ ਬਣ ਗਏ, ਆਪਾਂ ਫਾਰਮੂਲਾ ਯੂਜ਼ ਕਰਦੇ ਹਾਂ 2 ਦੀ ਪਾਵਰ n। n ਦਾ ਮਤਲਬ ਹੁੰਦਾ ਕਿ ਨੰਬਰ ਆਫ ਵੇਰੀਏਬਲਸ ਔਰ ਯੂ ਕੈਨ ਸੇ ਨੰਬਰ ਆਫ ਇਨਪੁਟਸ। ਔਰ ਆਪਣੇ ਕੋਲ ਇਸ ਐਕਸਪ੍ਰੈਸ਼ਨ ਦਾ ਆਪਾਂ ਐਗਜ਼ਾਮਪਲ ਦੇ ਤੌਰ ਤੇ ਲੈ ਰਹੇ ਹਾਂ, ਉੱਥੇ ਆਪਣੇ ਕੋਲ ਕਿੰਨੇ ਵੇਰੀਏਬਲਸ ਹੈ, 3 ਵੇਰੀਏਬਲਸ ਹੈ। ਸੋ n ਦੀ ਵੈਲਿਊ ਕਿੰਨੀ ਹੋ ਗਈ 3, 2 ਦੀ ਪਾਵਰ 3 ਇਜ਼ ਇਕੁਅਲ ਟੂ ਕਿੰਨਾ ਹੋ ਗਿਆ 8। ਸੋ 8 ਪੋਸੀਬਲ ਕੰਬੀਨੇਸ਼ਨਸ ਬਣ ਸਕਦੇ, ਤੁਸੀਂ ਕਾਊਂਟ ਕਰ ਸਕਦੇ ਹੋ 1 2 3 4 5 6 7 ਐਂਡ 8। ਇਸ ਤੋਂ ਜ਼ਿਆਦਾ ਕੰਬੀਨੇਸ਼ਨਸ ਨਹੀਂ ਬਣ ਸਕਦੇ। ਹੁਣ ਇਹ 0 0 0 0 0 1 0 1 0 ਕਿਸ ਤਰੀਕੇ ਨਾਲ ਆਇਆ ਹੈ, ਬੇਸਿਕਲੀ ਤੁਹਾਨੂੰ ਇਹ ਟਿਪਸ ਦੇ ਉੱਪਰ ਯਾਦ ਹੋਣਾ ਚਾਹੀਦਾ ਬਿਕੋਜ਼ ਬਟ ਐਟ ਦਿਸ ਟਾਈਮ ਯੂ ਆਰ ਅ ਬਿਗਨਰ। ਸੋ ਇੱਕ ਈਜ਼ੀ ਸਟੈਪ ਦੱਸ ਦਿੰਦਾ ਹਾਂ। ਸੋ ਪਹਿਲਾਂ ਆਪਾਂ ਸੀਕੁਐਂਸ ਵਾਈਜ਼ ਡੈਸੀਮਲ ਨੰਬਰ ਲਿਖ ਲੈਣੇ ਸਟਾਰਟਿੰਗ ਫਰੋਮ ਅ 0 0 1 2 3 4 5 6 7 ਜਿੰਨੇ ਵੀ ਆਪਣੇ ਕੋਲ ਪੋਸੀਬਲ ਕੰਬੀਨੇਸ਼ਨਸ ਬਣ ਗਏ ਉਹਦੇ ਅਕੋਰਡਿੰਗ ਆਪਾਂ ਡੈਸੀਮਲ ਨੰਬਰ ਸਾਈਡ ਨੂੰ ਲਿਖ ਸਕਦੇ ਹਾਂ। ਉਸ ਤੋਂ ਬਾਅਦ ਉਸ ਡੈਸੀਮਲ ਨੂੰ ਆਪਾਂ ਬਾਈਨਰੀ ਵਿੱਚ ਕਨਵਰਟ ਕਰਾਂਗੇ, ਬਾਈਨਰੀ ਫਾਰਮ ਦੇ ਵਿੱਚ। In this case we are using a 3 variable, so ਆਪਾਂ ਨੂੰ ਪਤਾ ਹੈ ਕਿ ਆਪਾਂ ਕੋਡ ਯੂਜ਼ ਕਰਦੇ ਹਾਂ 8421 8421 ਕੋਡ ਉਦੋਂ ਯੂਜ਼ ਕਰਦੇ ਜਦੋਂ ਆਪਾਂ 4 ਬਿਟ ਨੂੰ ਰਿਪਰੈਜ਼ੈਂਟ ਕਰਨਾ ਹੈ। ਬਟ ਇਨ ਦਿਸ ਕੇਸ ਆਪਣੇ ਕੋਲ 3 ਵੇਰੀਏਬਲਸ ਹੀ ਹੈ ਤਾਂ ਦੈਟ ਇਨ ਦਿਸ ਕੇਸ ਆਪਾਂ 8 ਯੂਜ਼ ਨਹੀਂ ਕਰਾਂਗੇ, ਉਸ ਦੀ ਜਗ੍ਹਾ ਤੇ ਯੂਜ਼ ਕਰਾਂਗੇ 421 ਯੂਜ਼ ਕਰਾਂਗੇ। ਹੁਣ ਦੇਖੋ ਇਹ 0 ਹੈ, ਬਾਈਨਰੀ ਕਿਸ ਤਰੀਕੇ ਨਾਲ ਬਣਿਆ, ਦੇਖੋ ਕੋਈ ਵੀ ਪਾਰਟੀਸਪੇਟ ਨਹੀਂ ਕਰ ਰਿਹਾ, ਨਾ 4 ਪਾਰਟੀਸਪੇਟ ਕਰ ਰਿਹਾ, ਨਾ 2 ਪਾਰਟੀਸਪੇਟ ਕਰ ਰਿਹਾ, ਨਾ 1 ਪਾਰਟੀਸਪੇਟ ਕਰ ਰਿਹਾ। ਜਦੋਂ ਕੋਈ ਵੀ ਪਾਰਟੀਸਪੇਟ ਨਹੀਂ ਕਰਦਾ ਤਾਂ ਉਹਦੀ ਵੈਲਿਊ ਕਰ ਦਾਂਗੇ ਆਪਾਂ 0। x ਦੀ ਵੈਲਿਊ ਵੀ 0 ਹੋ ਜਾਏਗੀ, y ਦੀ ਵੈਲਿਊ ਵੀ 0 ਹੋ ਜਾਏਗੀ, ਐਜ਼ ਵੈਲ ਐਜ਼ z ਦੀ ਵੈਲਿਊ ਵੀ ਕੀ ਹੋ ਜਾਏਗੀ 0 ਹੋ ਜਾਏਗੀ। ਸਿਮਿਲਰਲੀ 1 ਜਿਹੜਾ ਹੈ ਇਹਦਾ ਬਾਈਨਰੀ ਕਿਸ ਤਰੀਕੇ ਨਾਲ ਬਣਿਆ, ਦੇਖੋ 1 ਪਾਰਟੀਸਪੇਟ ਕਰ ਰਿਹਾ ਹੈ ਉਹਦੀ ਵੈਲਿਊ 1 ਹੋ ਗਈ ਹੈ, 2 ਔਰ 4 ਪਾਰਟੀਸਪੇਟ ਨਹੀਂ ਕਰਦੇ ਉਹਦੀ ਵੈਲਿਊ ਕੀ ਹੋ ਗਈ 0 0 ਹੋ ਗਈ। ਸਿਮਿਲਰ 2 ਕਿਸ ਤਰੀਕੇ ਨਾਲ ਬਣਿਆ ਹੈ,
2 ਇਕੱਲਾ ਹੀ ਪਾਰਟਿਸਿਪੇਟ ਕਰ ਰਿਹਾ ਹੈ, ਉਹਦੀ ਵੈਲਿਊ 1 ਕਰਤੀ ਹੈ। 4 ਔਰ 1 ਪਾਰਟਿਸਿਪੇਟ ਨਹੀਂ ਕਰਤੇ, ਉਹਦੀ ਵੈਲਿਊ ਕਰਤੀ ਹੈ ਆਪਾਂ 0 0 ਕਰਤੀ ਹੈ। 3 ਕਿਸ ਤਰੀਕੇ ਨਾਲ ਬਣਿਆ ਹੈ, 2 + 1 3, 2 ਪਾਰਟਿਸਿਪੇਟ ਕਰ ਰਿਹਾ ਹੈ ਐਜ਼ ਵੈਲ ਐਜ਼ 1 ਪਾਰਟਿਸਿਪੇਟ ਕਰ ਰਿਹਾ ਹੈ। 2 ਔਰ 1 ਦੀ ਵੈਲਿਊ ਕਰਤੀ ਆਪਾਂ 1 1। 4 ਪਾਰਟਿਸਿਪੇਟ ਨਹੀਂ ਕਰਦੇ, ਉਹਦੀ ਵੈਲਿਊ ਕਰਤੀ ਆਪਾਂ 0 ਕਰ ਦਿੱਤੀ। ਐਂਡ ਲਾਸਟ ਦੇਖ ਲਓ 7, 4 + 2 6, 6 + 1 ਕਿੰਨਾ ਆ ਗਿਆ 7। ਤਿੰਨੇ ਪਾਰਟਿਸਿਪੇਟ ਕਰਦੇ ਆ ਤਾਂ ਤਿੰਨਾਂ ਦੀ ਵੈਲਿਊ ਕੀ ਆ ਗਈ ਮੇਰੇ ਕੋਲ 1 1। ਸੋ ਇਸ ਤਰੀਕੇ ਨਾਲ ਮੇਰੇ ਕੋਲ ਇਹ ਕੰਬੀਨੇਸ਼ਨ ਬਣੇ ਹੈ, ਇਹਨਾਂ ਨੂੰ ਕਹਿੰਦੇ ਆ ਕਿ ਪੋਸੀਬਲ ਕੰਬੀਨੇਸ਼ਨ। ਸੋ 8 ਪੋਸੀਬਲ ਕੰਬੀਨੇਸ਼ਨਸ ਬਣੇ ਹੈ, ਇਸ ਤੋਂ ਜ਼ਿਆਦਾ ਕੰਬੀਨੇਸ਼ਨਸ ਨਹੀਂ ਬਣ ਸਕਦੇ, ਠੀਕ ਹੈ। ਬਟ ਇਹ ਤੁਹਾਨੂੰ ਟਿਪਸ ਤੇ ਯਾਦ ਹੋਣਾ ਚਾਹੀਦਾ ਹੈ ਫॉर ਯੂ ਐਟ ਦਿਸ ਪੁਆਇੰਟ, ਫॉर ਯੂਰ ਰਿਮੈਂਬਰਾਈਜੇਸ਼ਨ, ਕਿ ਤੁਸੀਂ ਇਸ ਤਰੀਕੇ ਨਾਲ ਵੀ ਤੁਸੀਂ ਇਹਨੂੰ ਸੀਕੁਐਂਸ ਨੂੰ ਬਣਾ ਸਕਦੇ ਹੋ। ਕਲੀਅਰ। ਹੁਣ ਐਕਸਪ੍ਰੈਸ਼ਨ ਵਿੱਚ ਦੇਖੋ ਮੈਨੂੰ ਕੀ ਚਾਹੀਦਾ ਹੈ, x ਚਾਹੀਦਾ ਹੈ, ਓਕੇ x ਮੇਰੇ ਕੋਲ ਹੈ, y ਚਾਹੀਦਾ ਹੈ, y ਮੇਰੇ ਕੋਲ ਹੈ, ਦੈਨ ਕੀ ਚਾਹੀਦਾ ਮੈਨੂੰ z ਬਾਰ ਚਾਹੀਦਾ ਹੈ, ਠੀਕ ਹੈ। ਬਟ ਮੇਰੇ ਕੋਲ ਕੀ ਆ z ਹੈ। ਤਾਂ ਮੈਂ ਤਾਂ ਪਹਿਲਾਂ ਹੀ ਦੱਸ ਸਕਿਆ ਜਦੋਂ ਵੀ ਆਪਾਂ ਐਜ਼ ਇਨਪੁਟ ਲੈਣੀ ਹੈ ਤਾਂ ਆਪਾਂ ਡਾਇਰੈਕਟ ਫਾਰਮ ਲਵਾਂਗੇ, ਚਾਹੇ ਵੇਰੀਏਬਲ ਆਪਣੇ ਕੋਲ ਕੰਪਲੀਮੈਂਟ ਫਾਰਮ ਦੇ ਵਿੱਚ ਕਿਉਂ ਨਾ ਦਿੱਤਾ ਹੋਵੇ ਇਨ ਐਕਸਪ੍ਰੈਸ਼ਨ। ਸੋ ਆਪਾਂ ਨੂੰ ਕੀ ਚਾਹੀਦਾ ਹੈ z ਬਾਰ। ਸੋ ਆਪਾਂ ਇੱਕ ਕਾਲਮ ਕ੍ਰੀਏਟ ਕਰਾਂਗੇ ਦੈਟ ਇਜ਼ z ਬਾਰ। ਕੀ ਕਰੇਗਾ, ਜੋ ਵੀ z ਦੀ ਵੈਲਿਊ ਹੋਗੀ ਉਹਨੂੰ ਕੰਪਲੀਮੈਂਟ ਕਰੇਗਾ। ਆਪਾਂ ਹੁਣੇ ਦੇਖਿਆ ਕਿ ਨੋਟ ਆਪਰੇਸ਼ਨ ਕੀ ਕਰਦਾ ਹੈ, ਕੰਪਲੀਮੈਂਟ ਕਰ ਦਿੰਦਾ ਹੈ। 0 ਦਾ 1 ਹੋ ਗਿਆ ਇੱਥੇ, ਦੈਨ 1 ਦਾ 0, 0 ਦਾ 1, 1 ਦਾ 0, 0 ਦਾ 1, 1 ਦਾ 0, 0 ਦਾ 1 ਐਂਡ 1 ਦਾ 0। ਹੁਣ ਆਪਣੇ ਕੋਲ z ਬਾਰ ਆ ਗਿਆ। ਹੁਣ ਦੇਖ ਸਕਦੇ ਐਕਸਪ੍ਰੈਸ਼ਨ ਵਿੱਚ ਮੇਰੇ ਕੋਲ x ਵੀ ਆ ਗਿਆ, y ਵੀ ਆ ਗਿਆ ਔਰ z ਬਾਰ ਵੀ ਆ ਗਿਆ। ਬਟ ਧਿਆਨ ਨਾਲ ਦੇਖੋ ਇੱਥੇ ਮੈਨੂੰ ਕੀ ਚਾਹੀਦਾ ਹੈ, y z ਬਾਰ ਚਾਹੀਦਾ ਹੈ, ਠੀਕ ਹੈ। ਉਹ ਆਪਣੇ ਕੋਲ ਇੱਥੇ ਅਵੇਲੇਬਲ ਨਹੀਂ ਹੈ। ਦੈਨ ਕੀ ਕਰਾਂਗੇ ਆਪਾਂ y z ਬਾਰ ਦਾ ਕਾਲਮ ਬਣਾ ਲਵਾਂਗੇ। ਇਹਦਾ ਮਤਲਬ ਕੀ ਹੋਏਗਾ, y ਦੀ ਵੈਲਿਊ ਜੋ ਹੋਏਗੀ ਉਹ z ਬਾਰ ਦੀ ਵੈਲਿਊ ਨਾਲ ਕੀ ਹੋ ਜਾਏਗੀ, ਮਲਟੀਪਲਾਈ ਹੋਏਗੀ ਐਟ ਦ ਸੇਮ ਪੋਜੀਸ਼ਨ। ਦੇਖੋ ਇੱਥੇ y ਦੀ ਵੈਲਿਊ 0 ਹੈ, z ਦੀ ਵੈਲਿਊ 1 ਹੈ। 0 × 1 ਕਿੰਨਾ ਹੋ ਗਿਆ 0। ਕਿਉਂ ਮਲਟੀਪਲਾਈ ਕੀਤਾ, ਕਿਉਂਕਿ ਐਕਸਪ੍ਰੈਸ਼ਨ ਦੇ ਵਿੱਚ ਆਪਣੇ ਕੋਲ ਐਂਡ ਆਪਰੇਸ਼ਨ ਲੱਗਿਆ ਹੋਇਆ। ਐਂਡ ਕੀ ਕਰਦਾ ਹੈ, ਮਲਟੀਪਲਾਈ ਕਰਦਾ ਹੈ। ਨੈਕਸਟ ਦੇਖ ਲਓ y ਦੀ ਵੈਲਿਊ 0 ਹੈ, z ਬਾਰ ਦੀ ਵੈਲਿਊ 0 ਹੈ, ਕੀ ਹੋ ਗਿਆ ਮੇਰੇ ਕੋਲ 0 ਹੋ ਗਿਆ। ਨੈਕਸਟ ਦੇਖ ਲਓ y ਦੀ ਵੈਲਿਊ 1 ਹੈ, z ਬਾਰ ਦੀ ਵੈਲਿਊ 1 ਹੈ, ਤਾਂ 1 × 1 ਕੀ ਹੋ ਗਿਆ ਮੇਰੇ ਕੋਲ 1 ਹੋ ਗਿਆ। ਸਿਮਿਲਰਲੀ ਲਾਸਟ ਦੇਖ ਲਈਏ y ਦੀ ਵੈਲਿਊ ਮੇਰੇ ਕੋਲ 1 ਹੈ, z ਬਾਰ ਦੀ ਵੈਲਿਊ ਮੇਰੇ ਕੋਲ ਇਸ ਪੁਆਇੰਟ ਤੇ 0 ਹੈ, ਤਾਂ 1 × 0 ਕੀ ਹੋ ਗਿਆ ਮੇਰੇ ਕੋਲ 0 ਹੋ ਗਿਆ। ਸੋ ਮੇਰੇ ਕੋਲ y z ਬਾਰ ਦਾ ਕਾਲਮ ਵੀ ਆ ਗਿਆ, ਠੀਕ ਹੈ। y z ਬਾਰ ਵੀ ਆ ਗਿਆ, x ਵੀ ਹੈਗਾ। ਹੁਣ ਦੋਨਾਂ ਦੇ ਵਿੱਚ ਆਪਰੇਸ਼ਨ ਕਿਹੜਾ ਪਰਫਾਰਮ ਹੋ ਰਿਹਾ, ਔਰ ਆਪਰੇਸ਼ਨ, ਦੈਟ ਮੀਨਸ ਪਲੱਸ। ਦੈਟ ਮੀਨਸ x ਦੀ ਵੈਲਿਊ ਨੂੰ y z ਦੀ ਵੈਲਿਊ ਨਾਲ ਕੀ ਕਰ ਦਾਂਗੇ ਆਪਾਂ, ਲੌਜੀਕਲੀ ਐਡ ਕਰ ਦਾਂਗੇ। ਸੋ ਇੱਕ ਕਾਲਮ ਹੋਰ ਬਣ ਜਾਏਗਾ ਦੈਟ ਇਜ਼ x + y z ਦੀ ਬਾਰ। ਇੱਥੇ y z ਦੀ ਬਾਰ ਹੈ। ਇਹਦਾ ਮਤਲਬ ਕੀ ਹੋਏਗਾ, x ਦੀ ਵੈਲਿਊ 0 ਹੈ, ਉਹਨੂੰ ਆਪਾਂ ਐਡ ਕਰਾਂਗੇ ਵਿਦ ਦਾ y z ਦਾ ਜਿਹੜਾ ਕਾਲਮ ਹੈ ਐਟ ਦਿਸ ਪੁਆਇੰਟ 0 ਹੈ। ਦੈਟ ਮੀਨਸ 0 + 0 ਕੀ ਹੋ ਗਿਆ 0। ਨੈਕਸਟ ਦੇਖ ਲਓ x ਦੀ ਵੈਲਿਊ 0 ਹੈ, y z ਬਾਰ ਦੀ ਵੈਲਿਊ ਕਿੰਨੀ ਹੈ 0 ਹੈ, ਤੇ ਆਉਟਪੁੱਟ ਕੀ ਆ ਗਈ ਮੇਰੇ ਕੋਲ, ਸੌਰੀ x + y z ਬਾਰ ਕੀ ਆ ਗਿਆ 0 ਆ ਗਿਆ। ਨੈਕਸਟ ਦੇਖ ਲਓ x ਦੀ ਵੈਲਿਊ 0 ਹੈ ਐਂਡ y z ਬਾਰ ਦੀ ਵੈਲਿਊ 1 ਹੈ, तो 0 + 1 कितना हो गया मेरे को 1 हो गया। क्लियर। लास्ट देख लो x की वैल्यू 1 है, y z बार की मेरे को 0 है, 1 + 0 कितना हो गया मेरे को 1 हो गया। सो ये मेरे को ਜਿਹੜਾ है एक्सप्रैशन की हो गया एवैल्यूएट हो गया। सो ध्यान ਨਾਲ ਕੀ ਕਹਿ ਰਿਹਾ ਹੈ, इट इज यूजफुल टू कंस्ट्रक्ट अ टेबल फॉर द वेरिएबल्स। पहला ਆਪਾਂ ਟੇਬਲ ਕ੍ਰੀਏਟ ਕੀਤਾ या यूजिंग अ वेरिएबल्स एंड देन ये पूरा अपने को टेबल बन गया है, दिस इज अ टेबल, ठीक है, विद द हेल्प ऑफ वेरिएबल एंड देन टू एवैल्यूएट द एक्सप्रेशन फॉर ईच ऑफ द पॉसिबल कंबीनेशन ऑफ द वेरिएबल। देन आप एक्सप्रेशन एवैल्यूएट कर सकते फॉर ईच ऑफ द पॉसिबल कंबीनेशन ऑफ द वेरिएबल्स और अ वैल्यू। सो कहने का भाव यह है कि अगर मेरे को x की वैल्यू 0 होएगी, y की वैल्यू भी 0 होएगी, z की वैल्यू भी 0 होएगी, दैन जो ए एक्सप्रैशन है वो वैल्यू की होएगी मेरे को 0 होएगी। सिमिलरली ये केस देख लीजिए, अगर मेरे को x की वैल्यू 0 होएगी, y की वैल्यू 1 होएगी और z की वैल्यू 0 होएगी, तो मेरे को एक्सप्रैशन की वैल्यू की होएगी मेरे को 1 होएगी। क्लीयर। सो आप की गल एवैल्यूएट कर लिया फॉर ईच पॉसिबल कंबीनेशन ऑफ द इनपुट वेरिएबल्स। आप हमने डिस्कस कर चुके हैं कि जो बूलियन एक्सप्रैशन होएगा ऑलवेज प्रोड्यूस आ 0 और 1। तो देख लो जो एक्सप्रैशन है ये की प्रोड्यूस कर रहा है, या 0 प्रोड्यूस कर रहा है या मेरे को 1 प्रोड्यूस कर रहा है, इस तो अलावा कोई भी वैल्यू नहीं आएगी। क्लीयर। आई होप शायद तुहानू क्लीयर हो गया होगा। एक एग्जाम्पल आप होर ले लें, यूजिंग अ बूलियन अलजेब्रा वेरीफाई द ट्रुथ टेबल। बूलियन अलजेब्रा मीनस ਜਿਹੜੇ ਆਪਣੇ ਕੋਲ ਬੂਲੀਅਨ ਆਪਰੇਸ਼ਨਸ ਹੈਗੇ ਉਹਨਾਂ ਨੂੰ ਯੂਜ਼ ਕਰਕੇ ਆਪਾਂ ਜਿਹੜਾ ਐਕਸਪ੍ਰੈਸ਼ਨ ਹੈ ਆਪਾਂ ਇਹਨੂੰ ਵੈਰੀਫਾਈ ਕਰਨਾ ਹੈ ਕਿ ਲੈਫਟ ਹੈਂਡ ਸਾਈਡ ਇਜ਼ ਇਕੁਅਲ ਟੂ ਰਾਈਟ ਹੈਂਡ। ਦੈਟ ਮੀਨਸ x + yz ਇਜ਼ ਇਕੁਅਲ ਟੂ x + y ਇਨਟੂ x + z। ਸੋ ਪਹਿਲਾਂ ਕੀ ਬਣਾਵਾਂਗੇ ਆਪਾਂ ਟੇਬਲ ਬਣਾਵਾਂਗੇ, ਠੀਕ ਹੈ। ਟੇਬਲ ਦੀ ਮਦਦ ਦੇ ਨਾਲ ਆਪਾਂ ਇਹਨੂੰ ਇਵੈਲੂਏਟ ਕਰਾਂਗੇ। ਸੋ ਕਿੰਨੇ ਵੇਰੀਏਬਲਸ ਹੈ ਮੇਰੇ ਕੋਲ, x इज सॉरी 1 2 और 3 वेरिएबल्स है। सो 3 वेरिएबल्स है मेरे को, ये वाले कंबीनेशंस बन गए जिदा कि आप प्रीवियस में डिस्कस कर चुके हैं।
ਪਹਿਲਾਂ ਆਪਾਂ ਲੈਫਟ ਹੈਂਡ ਸਾਈਡ ਨੂੰ ਸੋਲਵ ਕਰਾਂਗੇ, ਫਿਰ ਆਪਾਂ ਰਾਈਟ ਹੈਂਡ ਸਾਈਡ, ਉਸ ਤੋਂ ਬਾਅਦ ਦੇਖਾਂਗੇ ਕਿ ਵੈਦਰ ਦੇ ਆਰ ਇਕੁਅਲ ਔਰ ਨੋਟ। ਹੁਣ ਦੇਖੋ x ਤਾਂ ਮੇਰੇ ਕੋਲ ਹੈ ਔਰ ਮੈਨੂੰ ਕੀ ਚਾਹੀਦਾ, y ਐਂਡ z ਚਾਹੀਦਾ ਹੈ। ਦੈਨ y ਐਂਡ z ਦਾ ਆਪਣੇ ਕੋਲ ਕੀ ਬਣ ਜਾਏਗਾ, ਕਾਲਮ ਬਣ ਜਾਏਗਾ। y ਔਰ z ਦੀ ਵੈਲਿਊ ਨੂੰ ਕੀ ਕਰਤਾ ਆਪਾਂ ਮਲਟੀਪਲਾਈ ਕਰ ਦਾਂਗੇ। 0 into 0 0, 0 into 1 0, 1 into 0 0, 1 into 1 is 1, ਦੈਨ ਲਾਸਟ ਦੇਖ ਲਓ 1 into 1 is 1। ਇਹ ਮੇਰੇ ਕੋਲ yz ਬਣ ਗਿਆ। ਕਲੀਅਰ। ਹੁਣ ਮੇਰੇ ਕੋਲ x ਵੀ ਆ ਗਿਆ, yz ਵੀ ਆ ਗਿਆ। ਇਹਨਾਂ ਦੋਨਾਂ ਦੇ ਵਿੱਚ ਆਪਰੇਸ਼ਨ ਕਿਹੜਾ ਹੋ ਰਿਹਾ ਹੈ, ਲੌਜੀਕਲ ਔਰ ਆਪਰੇਸ਼ਨ ਹੋ ਰਿਹਾ। ਡੈਟ ਮੀਨ ਨੈਕਸਟ ਕਾਲਮ ਕੀ ਬਣੇਗਾ ਆਪਣੇ ਕੋਲ, ਡੈਟ ਇਜ਼ x plus yz। ਠੀਕ ਹੈ, ਹੁਣ ਦੋਨਾਂ ਨੂੰ ਆਪਾਂ ਜੇ ਉਹਨਾਂ ਦੇ ਵਿੱਚ ਜੋ ਆਪਰੇਸ਼ਨ ਪਰਫਾਰਮ ਹੋ ਰਿਹਾ ਹੈ ਉਹ ਆਪਾਂ ਲਿਖ ਲਿਆ ਤੇ x plus yz। ਇਹਦਾ ਕੀ ਮਤਲਬ ਹੋ ਗਿਆ, ਜੋ x ਦੀ ਵੈਲਿਊ ਹੋਏਗੀ ਉਹਨੂੰ ਆਪਾਂ ਐਡ ਕਰ ਦਾਂਗੇ, ਲੌਜੀਕਲੀ ਐਡ ਕਰ ਦਾਂਗੇ ਵਿਦ ਦਾ yz ਦੀ ਵੈਲਿਊ ਨਾਲ। ਦੈਨ 0 plus 0 is 0, 0 plus 0 is 0, 0 plus 0 is 0, and 0 plus 1 is 1। ठीक है, and 1 plus 0 is 0, then again 1 plus 0 is 1। ठीक है, 1 plus 0 is 1 है इत्थे, सॉरी। then 1 plus 0 is 1, then 1 plus 1 is also 1। ठीक है, अपने को ਲੈਫਟ ਹੈਂਡ ਸਾਈਡ ਆਪਾਂ ਪੂਰੀ ਕੰਪਲੀਟ ਕਰ ਲਈ। ਹੁਣ ਆਪਾਂ ਚੱਲੀਏ ਰਾਈਟ ਹੈਂਡ ਸਾਈਡ ਨੂੰ। ਪਹਿਲਾਂ ਆਪਾਂ ਇਹ ਵਾਲਾ ਜਿਹੜਾ ਟਰਮਸ ਹੈ ਇਹਨੂੰ ਆਪਾਂ ਸੋਲਵ ਕਰਾਂਗੇ। ਕੀ ਕਹਿ ਰਿਹਾ, x ਐਂਡ y ਜਿਹੜਾ ਹੈ ਉਹ ਲੌਜੀਕਲੀ ਐਡ ਹੋਣਗੇ। ਸੋ ਨੈਕਸਟ ਕਾਲਮ ਕੀ ਬਣ ਗਿਆ, x plus y। x ਔਰ y ਦੀ ਵੈਲਿਊ ਨੂੰ ਕੀ ਕਰਾਂਗੇ ਆਪਾਂ ਐਡ ਕਰ ਦਾਂਗੇ, ਉਸ ਤੋਂ ਆਪਣੇ ਕੋਲ ਇਹ ਵਾਲਾ ਕਾਲਮ ਬਣ ਜਾਏਗਾ। 0 plus 0 0, 0 plus 0 0, 0 plus 1 1, 1 plus 0 plus 1 1, 1 plus 0 1, 1 plus 0 1, 1 plus 1 1, 1 plus 1 is also 1। ਕਲੀਅਰ। ਹੁਣ ਆਪਣੇ ਕੋਲ x plus y ਬਣ ਗਿਆ। ਆਪਾਂ ਨੈਕਸਟ ਕੀ ਚਾਹੀਦਾ ਹੈ, x plus z। ਨੈਕਸਟ ਕਾਲਮ ਬਣੇਗਾ ਆਪਣੇ ਕੋਲ x plus z ਦਾ। ਇਹਦੇ ਵਿੱਚ ਕੀ ਕਰਾਂਗੇ, x ਔਰ z ਦੀ ਵੈਲਿਊ ਨੂੰ ਕੀ ਆਪਾਂ ਐਡ ਕਰ ਦਾਂਗੇ, ਆਪਣੇ ਕੋਲ ਇਹ ਵਾਲਾ ਕਾਲਮ ਬਣ ਜਾਏਗਾ। ਠੀਕ ਹੈ, ਔਰ ਇਹਨਾਂ ਦੋਨਾਂ ਵਿੱਚ ਆਪਰੇਸ਼ਨ ਕਿਹੜਾ ਪਰਫਾਰਮ ਹੋ ਰਿਹਾ ਆਪਣੇ ਕੋਲ, ਡੈਟ ਇਜ਼ ਅ ਲੌਜੀਕਲੀ ਐਂਡ ਹੋ ਰਿਹਾ ਹੈ। ਸੋ ਕੀ ਕਰਾਂਗੇ ਉੱਥੇ ਆਪਾਂ ਉਹਨਾਂ ਵਿੱਚ ਆਪਾਂ ਮਲਟੀਪਲਾਈ ਕਰਾਂਗੇ ਕਿਹਨੂੰ, ਇਹ ਦੋ ਕਾਲਮ ਨੂੰ, x plus z ਐਂਡ x plus y ਨੂੰ। 0 into 0 0, 0 into 1 0, 1 into 0 0, 1 into 1 1, 1 into 1 1, 1 into 1 1, ਐਂਡ ਰੈਸਟ ਆਲ ਆਰ ਮੇਰੇ ਕੋਲ ਕੀ ਆ ਗਏ 1 1 ਆ ਗਏ। ਹੁਣ ਦੇਖੋ ਲੈਫਟ ਹੈਂਡ ਸਾਈਡ ਵੀ ਆਪਾਂ ਪੂਰਾ ਕੰਪਲੀਟ ਕਰ ਲਿਆ ਹੈ, ਰਾਈਟ ਹੈਂਡ ਸਾਈਡ ਵੀ ਕੰਪਲੀਟ ਕਰ ਲਿਆ। ਨਾਓ ਯੂ ਕੈਨ ਸੀ ਡੈਟ ਲੈਫਟ ਹੈਂਡ ਸਾਈਡ ਤੇ ਆਪਣੇ ਕੋਲ x plus yz ਸੀਗਾ ਐਂਡ ਰਾਈਟ ਹੈਂਡ ਸਾਈਡ ਤੇ x plus y। ਦੇਖੋ ਦੋਨਾਂ ਦੀ ਵੈਲਿਊ ਕੀ ਆ ਰਹੀ, ਮੇਰੇ ਕੋਲ ਸੇਮ ਆ ਰਹੀ ਹੈ। ਇੱਥੇ ਵੀ 0 ਹੈ, ਇੱਥੇ ਵੀ 0 ਹੈ, ਇੱਥੇ ਵੀ 0, ਇੱਥੇ ਵੀ 0, ਸੇਮ ਪੋਜੀਸ਼ਨ ਤੇ ਹੋਣੇ ਚਾਹੀਦੇ, ਮੈਚ ਕਰਨੇ ਚਾਹੀਦੇ। ਔਰ ਇੱਥੇ ਰੈਸਟ ਆਲ ਆਰ 1, ਇੱਥੇ ਵੀ ਰੈਸਟ ਆਲ ਆਰ 1। ਹੈਂਸ ਕੀ ਹੋ ਗਿਆ, देयरफॉर x plus yz is equal to x plus y into x plus z। ਇਹ ਵੈਰੀਫਾਈ ਹੋ ਗਿਆ, ਕਲੀਅਰ ਹੋ ਗਿਆ। ਸੋ ਨਾਓ ਯੂ ਕੈਨ ਸੀ ਡੈਟ ਤੁਸੀਂ ਕਿਸੇ ਵੀ ਬੂਲੀਅਨ ਐਕਸਪ੍ਰੈਸ਼ਨ ਨੂੰ ਠੀਕ ਹੈ ਐਵੈਲਿਊਏਟ ਕਰ ਸਕਦੇ ਹੋ ਯੂਜ਼ਿੰਗ ਅ ਟਰੂਥ। ਦੈਟ ਇਜ਼ ਅ ਵੈਰੀ ਈਜ਼ੀ ਵੇ। ਹੋਰ ਤਰੀਕੇ ਵੀ ਹੈਗੇ ਆ, ਉਹ ਆਪਾਂ 1 by 1 ਦੇ ਨੈਕਸਟ ਚੈਪਟਰ ਆਏਗਾ ਉਹਦੇ ਵਿੱਚ ਆਪਾਂ ਡਿਸਕਸ ਕਰਾਂਗੇ। ਇੱਕ ਐਗਜ਼ਾਮਪਲ ਹੋਰ ਲੈ ਲਈਏ। ਨਾਓ ਇਨ ਦਿਸ ਕੇਸ ਵੀ ਆਰ ਯੂਜ਼ਿੰਗ ਅ 2 ਵੇਰੀਏਬਲਸ। ਠੀਕ ਹੈ, ਸੋ 2 ਵੇਰੀਏਬਲਸ ਦੇ ਕਿੰਨੇ ਕੰਬੀਨੇਸ਼ਨਸ ਬਣ ਗਏ, 2 ਦੀ ਪਾਵਰ 2 ਇਜ਼ ਇਕੁਅਲ ਟੂ 4 ਕੰਬੀਨੇਸ਼ਨਸ। ਦੈਟ ਇਜ਼ ਹਮੇਸ਼ਾ ਯਾਦ ਰੱਖਣਾ ਕਿ ਇਹਦਾ ਟਿਪਸ ਹੋਣੇ ਚਾਹੀਦੇ, ਅਗਰ 4 ਕੰਬੀਨੇਸ਼ਨ ਸਹੀ ਬਣ ਗਏ 0 0 0 1 1 0 ਐਂਡ 1 0 1 2 ਐਜ਼ ਵੈਲ ਐਜ਼ 3। ਹੁਣ ਦੇਖੋ ਮੈਨੂੰ ਕੀ ਚਾਹੀਦਾ ਹੈ, x plus y ਔਰ ਉੱਪਰ ਕੀ ਚਾਹੀਦੀ ਮੈਨੂੰ ਬਾਰ ਚਾਹੀਦੀ ਹੈ। ਆਪਾਂ ਡਾਇਰੈਕਟਲੀ ਵੀ ਕਰ ਸਕਦੇ x plus y ਦੇ ਉੱਪਰ ਬਾਰ, ਬਟ ਆਪਾਂ ਸਟੈਪ ਬਾय ਸਟੈਪ ਕਰਾਂਗੇ। ਪਹਿਲਾਂ ਆਪਾਂ x plus y ਨੂੰ ਐਡ ਕਰ ਲਿਆ, ਦੋਨਾਂ ਦੀ ਵੈਲਿਊ ਨੂੰ ਐਡ ਕੀਤਾ, ਆਪਣੇ ਕੋਲ ਇਹ ਵਾਲਾ ਕਾਲਮ ਆ ਗਿਆ। ਠੀਕ ਹੈ, ਹੁਣ ਉਹਦੇ ਉੱਪਰ ਕੀ ਮੇਰੇ ਕੋਲ ਬਾਰ ਹੈ, ਦੈਟ ਮੀਨਸ ਕੰਪਲੀਮੈਂਟ ਕਰਤਾ। ਇਸ ਕਾਲਮ ਨੂੰ ਕੀ ਕੀਤਾ, ਕੰਪਲੀਮੈਂਟ। ਆਪਾਂ ਨੂੰ ਪਤਾ ਹੈ ਕਿ ਕੰਪਲੀਮੈਂਟ ਕਰਾਂਗੇ ਤਾਂ 0 ਦਾ 1 ਹੋ ਜਾਏਗਾ, 1 ਦਾ ਕੀ ਹੋ ਜਾਏਗਾ 0। ਦੇਖ ਸਕਦੇ ਹੋ 0 ਦਾ 1 ਹੋ ਗਿਆ, ਬਾਕੀ 1 0 1 0 ਐਜ਼ ਆ 1 0। ਲੈਫਟ ਹੈਂਡ ਸਾਈਡ ਪ੍ਰੂਵ ਹੋ ਗਈ, ਆਪਾਂ ਲਿਖ ਲਈ ਹੈ, फाइंड आउट कर लिया है। सिमिलरली आप राइट हैंड साइड है ਉਹਨੂੰ ਆਪਾਂ फाइंड आउट करांगे। ਆਪਾਂ ਨੂੰ ਕੀ ਚਾਹੀਦਾ x ਬਾਰ ਐਂਡ y ਬਾਰ, ਬਟ ਆਪਣੇ ਕੋਲ ਕੀ ਹੈ x ਐਂਡ y। ਕਲੀਅਰ। ਸੋ x ਬਾਰ ਵਾਸਤੇ ਹੀ ਕਰਾਂਗੇ ਆਪਾਂ, x ਦੇ ਉੱਪਰ ਬਾਰ ਆ ਗਿਆ, y ਦੇ ਉੱਪਰ ਬਾਰ ਆ ਗਿਆ। ਸੋ x ਦੀ ਵੈਲਿਊ ਨੂੰ ਕੀ ਕਰਾਂਗੇ, ਕੰਪਲੀਮੈਂਟ ਕਰ ਦਾਂਗੇ। ਆਪਾਂ ਨੂੰ ਪਤਾ ਕਿ x ਦਾ ਕੰਪਲੀਮੈਂਟ x ਬਾਰ ਹੋਏਗਾ, y ਦਾ ਕੰਪਲੀਮੈਂਟ y ਬਾਰ ਹੋਏਗਾ। ਸੋ ਆਪਾਂ ਨੂੰ ਚਾਹੀਦਾ ਵੀ ਇਹੀ ਹੈ। ਸੋ 0 ਦਾ x ਵਿੱਚ 1 ਹੋ ਗਿਆ, ਇੱਥੇ 0 1 ਹੋ ਗਿਆ, 1 ਦਾ 0 ਹੋ ਗਿਆ ਐਂਡ 1 ਦਾ 0 ਹੋ ਗਿਆ। y ਦਾ 0 ਦਾ 1 ਹੋ ਗਿਆ, 1 ਦਾ 0 ਹੋ ਗਿਆ, 0 ਦਾ 1 ਹੋ ਗਿਆ ਐਂਡ 1 ਦਾ 0 ਹੋ ਗਿਆ। ਕਲੀਅਰ। ਨਾਓ ਯੂ ਕੈਨ ਸੀ ਡੈਟ ਨੈਕਸਟ ਆਪਾਂ ਨੂੰ ਕੀ ਚਾਹੀਦਾ, ਦੋਨਾਂ ਦੇ ਵਿੱਚ ਲੌਜੀਕਲੀ ਐਂਡ ਆਪਰੇਸ਼ਨ ਹੋ ਰਿਹਾ, ਦੈਟ ਇਜ਼ x ਬਾਰ ਇਨਟੂ y ਬਾਰ। ਨੈਕਸਟ ਕਾਲਮ ਕੀ ਬਣ ਗਿਆ, x ਬਾਰ ਇਨਟੂ y ਬਾਰ। ਇਹਨਾਂ ਦੋਨਾਂ ਨੂੰ ਕੀ ਕਰਦੇ ਹੋ, ਮਲਟੀਪਲਾਈ ਕਰਦੇ ਹੋ। 1 into 1 is 1, 1 into 0 is 0, 0 into 1 is 0 and 0 into 0 is 0। now you can see that left hand side ਤੇ ਆਪਣੇ ਕੋਲ x plus y ਬਾਰ ਸੀਗਾ, right hand side ਤੇ x ਬਾਰ dot y ਬਾਰ ਸੀਗਾ, ਦੋਨਾਂ ਦੀ ਵੈਲਿਊ ਕੀ ਹੋ ਰਹੀ ਹੈ, ਮੈਚ ਹੋ ਰਹੀ ਹੈ। therefore x plus y ਬਾਰ is equal to x ਬਾਰ dot y ਬਾਰ। ਇਹ ਵੈਰੀਫਾਈ ਹੋ ਗਿਆ। clear। so this is known as a evaluation of Boolean expression using a truth table। clear।
तो नेक्स्ट इज लास्ट टॉपिक जो अपने को है डेट इज अ प्रीसीडेंस। लास्ट टॉपिक डिस्कस करने जा रहे हैं प्रीसीडेंस ऑफ ਬੂਲੀਅਨ ऑपरेटर्स। ਇਹਦਾ ਮਤਲਬ ਇਹ ਹੈ ਕਿ ਜਦੋਂ ਵੀ ਆਪਾਂ ਕੋਈ ਵੀ ਐਕਸਪ੍ਰੈਸ਼ਨ ਨੂੰ ਇਵੈਲੂਏਟ ਕਰਨਾ ਹੈ ਉਹਦੇ ਵਾਸਤੇ ਆਪਣੇ ਕੋਲ ਕੁਝ ਰੂਲਸ ਹੁੰਦੇ ਆ। ਜਿੱਦਾਂ ਮੈਥਮੈਟਿਕਸ ਦੀ ਗੱਲ ਕਰੀਏ ਆਪਾਂ ਬੋਰਡ ਮਾਸ ਯੂਜ਼ ਕਰਦੇ ਹਾਂ, ਠੀਕ ਹੈ। ਜੈਟ ਮੀਨ ਜਿਹੜਾ ਬ੍ਰੈਕਟ ਹੁੰਦੀ ਪਹਿਲਾਂ ਸੋਲਵ ਕਰਦੇ ਹਾਂ, ਫਿਰ ਅਗਰ ਡਿਵਾਈਡ ਹੋਊਗਾ ਪਹਿਲਾਂ ਡਿਵਾਈਡ ਕਰਾਂਗੇ, ਫਿਰ ਮਲਟੀਪਲਾਈ ਕਰਦੇ ਹਾਂ, ਫਿਰ ਆਪਾਂ ਐਡੀਸ਼ਨ ਐਜ਼ ਵੈਲ ਐਜ਼ ਸਬਟ੍ਰੈਕਸ਼ਨ ਕਰਦੇ ਹਾਂ। ਜਦੋਂ ਆਪਾਂ ਬੂਲੀਅਨ ਆਪਰੇਟਰ ਦੀ ਗੱਲ ਕਰਾਂਗੇ ਉਹਦੇ ਵਿੱਚ ਵੀ ਪਰਟੀਕੂਲਰ ਪ੍ਰਾਇੋਰਟੀ ਹੋਏਗੀ, ਪ੍ਰੀਸੀਡੈਂਸ ਹੋਏਗੀ। ਦੈਨ ਉਹਦਾ ਮਤਲਬ ਕੀ ਹੈ ਕਿ ਪਹਿਲਾਂ ਕਿਹੜੀ ਚੀਜ਼ ਸੋਲਵ ਹੋਏਗੀ, ਇਵੈਲੂਏਟ ਹੋਏਗੀ, ਉਸ ਤੋਂ ਬਾਅਦ ਕਿਹੜਾ ਆਪਰੇਟਰ ਇਵੈਲੂਏਟ ਐਂਡ ਸੋ ਔਨ। ਸੋ ਆਲਵੇਜ਼ ਕੀਪ ਇਨ ਮਾਈਂਡ, ਇਹ ਯਾਦ ਰੱਖਣਾ ਹੈ ਪ੍ਰੀਸੀਡੈਂਸ ਦਾ ਮਤਲਬ ਹੁੰਦਾ ਇਜ਼ ਦਾ ਆਰਡਰ ਆਫ ਇਵੈਲੂਏਟਿੰਗ ਆਫ ਆਪਰੇਟਰਸ। ਆਪਰੇਟਰ ਨੂੰ ਕਿਸ ਤਰੀਕੇ ਨਾਲ ਜਾਂ ਕਦੋਂ ਆਪਾਂ ਆਪਰੇਟ ਕਰਨਾ ਹੈ, ਕਿਸ ਟਾਈਮ ਤੇ ਆਪਰੇਟ ਕਰਨਾ ਹੈ, ਉਹਨੂੰ ਕੀ ਕਹਿੰਦੇ ਆਪਾਂ ਪ੍ਰੀਸੀਡੈਂਸ ਕਹਿੰਦੇ ਆ, ਔਰ ਯੂ ਕੈਨ ਸੇ ਆ ਪ੍ਰਾਇੋਰਟੀ ਵੀ ਕਹਿ ਸਕਦੇ ਹਾਂ। ਸੋ ਐਗਜ਼ਾਮਪਲ ਦੇ ਵਿੱਚ ਕੀ ਕਹਿ ਰਿਹਾ ਹੈ, ਜਿਹੜਾ ਨਾਟ ਆਪਰੇਟਰ ਹੈ ਉਹਦੀ ਪ੍ਰਾਇੋਰਟੀ ਸਭ ਤੋਂ ਹਾਈਐਸਟ ਹੋਏਗੀ। ਇਹਦਾ ਮਤਲਬ ਹੈ ਕਿ ਅਗਰ ਐਕਸਪ੍ਰੈਸ਼ਨ ਦੇ ਵਿੱਚ ਨਾਟ ਆਪਰੇਸ਼ਨ ਆ ਜਾਂਦਾ ਹੈ ਤਾਂ ਪਹਿਲਾਂ ਉਹਨੂੰ ਸੋਲਵ ਕਰਾਂਗੇ, ਉਹਨੂੰ ਇਵੈਲੂਏਟ ਕਰਾਂਗੇ। ਉਸ ਤੋਂ ਬਾਅਦ ਜਿਹੜਾ ਐਂਡ ਹੈ ਉਹ ਸੈਕਿੰਡ ਹਾਈਐਸਟ ਪ੍ਰਾਇੋਰਟੀ ਹੈਗੀ। ਅਗਰ ਨਾਟ ਆਪਣੇ ਕੋਲ ਸਾਰਾ ਸੋਲਵ ਹੋ ਜਾਂਦਾ ਹੈ ਐਕਸਪ੍ਰੈਸ਼ਨ ਦੇ ਵਿੱਚ, ਫਿਰ ਆਪਾਂ ਜਿਹੜਾ ਐਂਡ ਹੋਏਗਾ ਉਸ ਆਪਰੇਟਰ ਨੂੰ ਕੀ ਕਰਾਂਗੇ ਆਪਾਂ ਇਵੈਲੂਏਟ ਕਰਾਂਗੇ। ਲਾਸਟ ਵਿੱਚ ਆਪਣੇ ਕੋਲ ਔਰ ਬਚ ਜਾਏਗਾ। ਲਾਸਟ ਵਿੱਚ ਆਪਣੇ ਕੋਲ ਜਿਹੜਾ ਔਰ ਹੈ ਉਹਦੀ ਲੋਐਸਟ ਪ੍ਰਾਇੋਰਟੀ ਹੋਏਗੀ। ਦੈਨ ਲਾਸਟ ਵਿੱਚ ਆਪਾਂ ਔਰ ਨੂੰ ਕੀ ਕਰਾਂਗੇ ਇਵੈਲੂਏਟ ਕਰਾਂਗੇ। ਬਟ ਤੁਸੀਂ ਇਹ ਯਾਦ ਰੱਖ ਲੈਣਾ ਹੈ, ਕੁਐਸਚਨ ਪੇਪਰ ਵਿੱਚ ਵੀ ਆ ਸਕਦਾ ਹੈ ਕਿ ਹਾਈਐਸਟ ਪ੍ਰਾਇੋਰਟੀ ਕਿਹੜੀ ਹੈ। ਸੋ ਹਾਈਐਸਟ ਪ੍ਰਾਇੋਰਟੀ ਹਮੇਸ਼ਾ ਨਾਟ ਆਪਰੇਟਰ ਦੀ ਹੋਏਗੀ। ਸੈਕਿੰਡ ਹਾਈਐਸਟ ਕਿਹਦੀ ਹੋਏਗੀ, ਐਂਡ ਆਪਰੇਸ਼ਨ ਦੀ, ਆਪਰੇਟਰ ਦੀ, ਇਹਨੂੰ ਆਪਾਂ ਆਪਰੇਟਰ ਵੀ ਕਹਿ ਸਕਦੇ ਹਾਂ। ਐਂਡ ਲਾਸਟ ਵਾਰ ਜਿਹੜਾ ਔਰ ਹੈ ਇਹਦੀ ਸਭ ਤੋਂ ਘੱਟ ਪ੍ਰਾਇੋਰਟੀ ਹੋਏਗੀ। ਸੋ ਜਿਹੜੀ ਹਾਈਐਸਟ ਪ੍ਰਾਇੋਰਟੀ ਹੋਏਗੀ ਪਹਿਲਾਂ ਉਹ ਵੈਲਿਊਟ ਹੋਏਗਾ, ਫਿਰ ਉਸ ਤੋਂ ਜਿਹੜੀ ਘੱਟ ਪ੍ਰਾਇੋਰਟੀ ਫਿਰ ਉਹ ਵੈਲਿਊਟ ਹੋਏਗਾ, ਐਂਡ ਲਾਸਟ ਵਿੱਚ ਜਿਹੜੀ ਸਭ ਤੋਂ ਘੱਟ ਪ੍ਰਾਇੋਰਟੀ ਹੋਏਗੀ ਉਹ ਵਾਲਾ ਇਵੈਲੂਏਟ ਹੋਏਗਾ। ਕਲੀਅਰ। ਸੋ ਕੀ ਕਹਿ ਰਿਹਾ, ਅਗਰ ਹਮ ਧਿਆਨ ਨਾਲ ਦੇਖੋ ਕਿਸੇ ਵੀ ਐਕਸਪ੍ਰੈਸ਼ਨ ਦੇ ਵਿੱਚ ਆਪਣੇ ਕੋਲ ਪੈਰੇਂਥੇਸਿਸ ਜਾਂ ਬ੍ਰੈਕਟ ਆ ਸਕਦੀਆਂ ਹੈ। ਆਲਵੇਜ਼ ਕੀਪ ਇਨ ਮਾਈਂਡ। ਸੋ ਪੈਰੇਂਥੇਸਿਸ ਕੈਨ ਬੀ ਯੂਜ਼ਡ ਟੂ ਇਨਕਲੋਜ਼ ਆ ਬਾਈਨਰੀ ਐਕਸਪ੍ਰੈਸ਼ਨ, ਠੀਕ ਹੈ। ਕਿਸੇ ਵੀ ਟਰਮਸ ਨੂੰ ਐਕਸਪ੍ਰੈਸ਼ਨ ਨੂੰ ਆਪਾਂ ਬਾਈਨਰੀ ਵਿੱਚ ਕੀ ਕਰ ਸਕਦੇ ਹਾਂ, ਕਲੋਜ਼ ਕਰ ਸਕਦੇ ਹਾਂ। ਬਟ ਜਦੋਂ ਵੀ ਤੁਹਾਡੇ ਐਕਸਪ੍ਰੈਸ਼ਨ ਦੇ ਵਿੱਚ ਪੈਰੇਂਥੇਸਿਸ ਜਾਂ ਬ੍ਰੈਕਟਸ ਆਣਗੀਆਂ ਪਹਿਲਾਂ ਆਪਾਂ ਪੈਰੇਂਥੇਸਿਸ ਨੂੰ ਇਵੈਲੂਏਟ ਕਰਾਂਗੇ। ਆਲਵੇਜ਼ ਕੀਪ ਇਨ ਮਾਈਂਡ। ਜਿੱਦਾਂ ਕਿ ਆਪਾਂ ਬੋਰਡ ਮਾਸ ਵਿੱਚ ਕਰਦੇ, ਪਹਿਲਾਂ ਆਪਾਂ ਬ੍ਰੈਕਟ ਖੋਲਦੇ ਹਾਂ, ਉਸ ਤੋਂ ਬਾਅਦ ਆਪਾਂ ਡਿਵਾਈਡ ਜਾਂ ਮਲਟੀਪਲਾਈ ਜਾਂ ਪਲੱਸ ਮਾਈਨਸ ਕਰਦੇ ਹਾਂ। ਸਿਮਿਲਰਲੀ ਸੇਮ ਫੰਡਾ ਇੱਥੇ ਵੀ ਯੂਜ਼ ਹੋਏਗਾ। ਅਗਰ ਬ੍ਰੈਕਟਸ ਆ ਜਾਂਦੀਆਂ ਹੈ ਤਾਂ ਪਹਿਲਾਂ ਆਪਾਂ ਬ੍ਰੈਕਟ ਨੂੰ ਸੋਲਵ ਕਰਾਂਗੇ, ਦੈਨ ਉਸ ਤੋਂ ਬਾਅਦ ਆਪਾਂ ਜਿਹੜੇ ਆਪਰੇਟਰਸ ਹੈ ਉਹਨਾਂ ਦੀ ਪ੍ਰੀਸੀਡੈਂਸ ਜਿਹੜੀ ਹੈ ਉਹ ਆਪਾਂ 1 ਬਾਈ 1 ਅਕੋਰਡਿੰਗ ਟੂ ਪ੍ਰੀਸੀਡੈਂਸ ਉਹਨਾਂ ਨੂੰ ਇਵੈਲੂਏਟ ਕਰਾਂਗੇ। ਸੋ ਕੀ ਕਹਿ ਰਿਹਾ, ਇਟ ਹੈਜ਼ ਅ ਹਾਇਰ ਪ੍ਰੀਸੀਡੈਂਸ ਦੈਨ ਆਲ ਦ ਆਪਰੇਟਰ। ਤਿੰਨ ਹੀ ਆਪਰੇਟਰਸ ਆਪਣੇ ਕੋਲ ਹੈ, ਤਿੰਨਾਂ ਆਪਰੇਟਰ ਨੂੰ ਸਭ ਤੋਂ ਹਾਈਐਸਟ ਪ੍ਰੀਸੀਡੈਂਸ ਕਿਹਦੀ ਹੋਏਗੀ, ਆਪਣੇ ਕੋਲ ਬ੍ਰੈਕਟ ਦੀ ਹੋਏਗੀ। ਬਟ ਇੱਥੇ ਧਿਆਨ ਰੱਖਣਾ ਹੈ, ਪੇਪਰ ਵਿੱਚ ਅਗਰ ਕੁਐਸਚਨ ਪੁੱਛ ਲਏ ਕਿ ਬੂਲੀਅਨ ਆਪਰੇਟਰ ਦੀ ਪ੍ਰੀਸੀਡੈਂਸ ਕਿਹੜੀ ਹੈ, ਕੀ ਸੀਕੁਐਂਸ, ਆਲਵੇਜ਼ ਕੀਪ ਇਨ ਮਾਈਂਡ ਤੁਸੀਂ ਆਪਰੇਟਰ ਦੀ ਗੱਲ ਕਰਨੀ ਹੈ, ਬ੍ਰੈਕਟ ਦੀ ਗੱਲ ਨਹੀਂ ਕਰਨੀ ਹੈ। ਜਿਹੜੀ ਆਪਣੇ ਕੋਲ ਬ੍ਰੈਕਟ ਹੈ ਐਜ਼ ਸੱਚ ਕੋਈ ਆਪਣੇ ਕੋਲ ਆਪਰੇਟਰ ਨਹੀਂ ਹੈ। ਸੋ ਉੱਥੇ ਆਪਾਂ ਗੱਲ ਕਰਾਂਗੇ ਨਾਟ ਆਪਰੇਟਰ, ਐਂਡ ਆਪਰੇਟਰ ਐਜ਼ ਵੈਲ ਐਜ਼ ਔਰ ਆਪਰੇਟਰ। ਆਲਵੇਜ਼ ਕੀਪ ਇਨ ਮਾਈਂਡ। ਬਟ ਜਦੋਂ ਤੁਹਾਡੇ ਕੋਲ ਐਕਸਪ੍ਰੈਸ਼ਨ ਆ ਜਾਏਗਾ ਔਰ ਉਹਦੇ ਵਿੱਚ ਬ੍ਰੈਕਟਸ ਆਏ ਤਾਂ ਪਹਿਲਾਂ ਬ੍ਰੈਕਟਸ ਹੀ ਸੋਲਵ ਹੋਣਗੀਆਂ। ਸੋ ਰੂਲ ਕੀ ਹੈ, ਦ ਰੂਲਸ ਫॉर ਇਵੈਲੂਏਸ਼ਨ ਆਫ ਬਾਈਨਰੀ ਐਕਸਪ੍ਰੈਸ਼ਨ ਆਰ ਐਜ਼ ਫੋਲੋਜ਼। ਕੀ ਕਹਿ ਰਿਹਾ ਹੈ, ਪਹਿਲਾ ਸਟੈਪ ਇਵੈਲੂਏਟ ਫਰੋਮ ਲੈਫਟ ਟੂ ਰਾਈਟ। ਜਦੋਂ ਵੀ ਆਪਾਂ ਐਕਸਪ੍ਰੈਸ਼ਨ ਨੂੰ ਇਵੈਲੂਏਟ ਕਰਨਾ ਆਪਾਂ ਖੱਬੇ ਪਾਸਿਓਂ ਸਟਾਰਟ ਕਰਾਂਗੇ ਔਰ ਮੂਵ ਕਰਾਂਗੇ ਟੂਵਰਡ ਦਾ ਰਾਈਟ ਹੈਂਡ ਸਾਈਡ। ਸੈਕਿੰਡ ਸਟੈਪ ਕੀ ਕਹਿ ਰਿਹਾ ਹੈ, ਅਗਰ ਐਕਸਪ੍ਰੈਸ਼ਨ ਦੇ ਵਿੱਚ ਆਪਣੇ ਕੋਲ ਪੈਰੇਂਥੇਸਿਸ ਆ ਜਾਂਦੀਆਂ ਪਹਿਲਾਂ ਆਪਾਂ ਪੈਰੇਂਥੇਸਿਸ ਨੂੰ ਕੀ ਆ ਇਵੈਲੂਏਟ ਕਰਾਂਗੇ। ਉਸ ਤੋਂ ਬਾਅਦ ਜਦੋਂ ਬ੍ਰੈਕਟ ਸਾਰੀਆਂ ਓਪਨ ਹੋ ਜਾਣਗੀਆਂ ਫਿਰ ਆਪਾਂ ਜਿੰਨੇ ਵੀ ਨਾਟ ਆਪਰੇਸ਼ਨ ਹੋਣਗੇ ਸਾਰਿਆਂ ਨੂੰ ਇਵੈਲੂਏਟ ਕਰਾਂਗੇ। ਜਦੋਂ ਨਾਟ ਆਪਰੇਸ਼ਨ ਸਾਰੇ ਇਵੈਲੂਏਟ ਹੋ ਜਾਣਗੇ ਫਿਰ ਆਪਾਂ ਚੈੱਕ ਕਰਾਂਗੇ ਕਿ ਐਂਡ ਆਪਰੇਸ਼ਨਸ ਕਿੰਨੇ ਆ, ਜਿੰਨੇ ਵੀ ਐਂਡ ਆਪਰੇਸ਼ਨਸ ਹੋਣਗੇ ਫਿਰ ਉਹਨਾਂ ਨੂੰ ਇਵੈਲੂਏਟ ਕਰਾਂਗੇ। ਐਂਡ ਲਾਸਟ ਵਿੱਚ ਆਪਣੇ ਕੋਲ ਦੇਖਾਂਗੇ ਔਰ ਆਪਰੇਸ਼ਨਸ ਕਿੰਨੇ ਆ, ਫਿਰ ਔਰ ਜਿੰਨੇ ਵੀ ਔਰ ਆਪਰੇਸ਼ਨ ਉਹਨਾਂ ਨੂੰ ਇਵੈਲੂਏਟ ਕਰਾਂਗੇ। ਕਿਉਂ, ਬਿਕੋਜ਼ ਨਾਟ ਦੀ ਜਿਹੜੀ ਪ੍ਰੀਸੀਡੈਂਸ ਆ ਉਹ ਸਭ ਤੋਂ ਹਾਈਐਸਟ ਹੈ, ਉਸ ਤੋਂ ਘੱਟ ਐਂਡ ਦੀ ਹੈ ਔਰ ਉਸ ਤੋਂ ਘੱਟ ਔਰ ਦੀ ਹੈ। ਐਗਜ਼ਾਮਪਲ ਲੈ ਲੈਂਦੇ ਆ, ਮੰਨ ਲਓ ਮੇਰੇ ਕੋਲ ਐਕਸਪ੍ਰੈਸ਼ਨ ਹੈ p = y + z ਬਾਰ ਡॉट x दैट इज मल्टीप्लाई हो गया, ਇੱਥੇ ਆਪਣੇ ਕੋਲ ਲੌਜੀਕਲ ਐਂਡ ਹੋ ਰਿਹਾ ਹੈ ਪਲੱਸ y ਬਾਰ ਡॉट x + y + z। ਠੀਕ ਹੈ, ਇਹ ਮੇਰੇ ਕੋਲ ਐਕਸਪ੍ਰੈਸ਼ਨ ਹੈ। ਸੋ ਇਹਦੇ ਵਿੱਚ ਬ੍ਰੈਕਟਸ ਨਹੀਂ ਹੈ, ਦੈਟ ਮੀਨਸ ਇਹਨੂੰ ਆਪਾਂ ਛੱਡ ਸਕਦੇ ਹਾਂ। ਬਟ ਸਟਾਰਟ ਕਿੱਥੋਂ ਕਰਨਾ, ਆਪਾਂ ਲੈਫਟ ਟੂ ਰਾਈਟ, ਆਪਾਂ ਖੱਬੇ ਪਾਸੇ ਸਟਾਰਟ ਕਰਾਂਗੇ ਇਸ ਸਾਈਡ ਤੋਂ। ਸੋ ਬ੍ਰੈਕਟਸ ਨਹੀਂ ਹੈ ਤਾਂ ਆਪਾਂ ਇਹ ਜਿਹੜਾ ਰੂਲ ਸਕਿਪ ਕਰ ਦਾਂਗੇ। ਕਿੱਥੇ ਆ ਜਾਵਾਂਗੇ ਆਪਾਂ, ਨਾਟ ਆਪਰੇਸ਼ਨ ਥਰਡ ਸਟੈਪ ਤੇ ਆ ਜਾਵਾਂਗੇ। ਥਰਡ ਰੂਲ ਕੀ, ਉਹ ਕੀ ਕਹਿੰਦਾ, ਇਵੈਲੂਏਟ ਆਲ ਨਾਟ ਆਪਰੇਸ਼ਨਸ। ਨਾਟ ਆਪਰੇਸ਼ਨ ਕਿੱਥੇ, ਆਪਣੇ ਕੋਲ ਇੱਕ z ਬਾਰ ਹੈ ਇੱਕ y ਬਾਰ ਹੈ। ਸੋ ਆਪਾਂ ਇਧਰੋਂ ਮੂਵ ਕਰਾਂਗੇ, ਪਹਿਲਾਂ ਆਪਣੇ ਕੋਲ z ਬਾਰ ਐਂਡ y ਬਾਰ ਕੀ ਇਵੈਲੂਏਟ ਹੋ ਜਾਣਗੇ। ਦੈਟ ਮੀਨਸ ਇਹ ਖਤਮ ਹੋ ਗਏ, ਯਾਨੀ ਕਿ ਇਵੈਲੂਏਟ ਹੋ ਗਏ, ਇਹਦਾ ਆਪਾਂ ਰਿਜ਼ਲਟ ਮਿਲ ਗਿਆ ਹੈ। ਹੁਣ ਉਸ ਤੋਂ ਬਾਅਦ ਕੀ ਕਰਾਂਗੇ ਆਪਾਂ, ਇਵੈਲੂਏਟ ਆਲ ਐਂਡ ਆਪਰੇਸ਼ਨ। ਐਂਡ ਆਪਰੇਸ਼ਨ ਕਿੱਥੇ ਹੈ, ਦੇਖੋ ਜਿੱਥੇ ਆਪਣੇ ਕੋਲ ਮਲਟੀਪਲਾਈ ਹੋ ਰਿਹਾ z.x y.x। ਉਸ ਤੋਂ ਬਾਅਦ ਆਪਣੇ ਕੋਲ ਥਰਡ ਸਟੈਪ ਦੇ ਵਿੱਚ ਕੀ ਹੋਏਗਾ, ਜਿੰਨੇ ਵੀ ਐਂਡ ਆਪਰੇਸ਼ਨਸ ਹੋਣਗੇ ਉਹ ਸਾਰੇ ਇਵੈਲੂਏਟ ਹੋਣਗੇ ਇਨ ਦਾ ਸੇਮ ਸਟੈਪ ਦੇ ਵਿੱਚ। ਕਲੀਅਰ, ਮੂਵਿੰਗ ਫਰੋਮ ਲੈਫਟ ਟੂ ਰਾਈਟ। ਜਿਹੜਾ ਪਹਿਲਾਂ ਆ ਜਾਏਗਾ ਉਹ ਪਹਿਲਾਂ ਸੋਲਵ ਹੋਏਗਾ, ਜਿਹੜਾ ਬਾਅਦ ਚ ਆਏਗਾ ਬਾਅਦ ਚ ਇਵੈਲੂਏਟ ਹੋਏਗਾ।
ਲਾਸਟ ਵਿੱਚ ਕੀ ਹੋਏਗਾ, ਜਿੰਨੇ ਵੀ ਆਪਣੇ ਕੋਲ ਔਰ ਆਪਰੇਸ਼ਨ ਬਚਣਗੇ ਦੈਟ ਇਜ਼ ਪਲੱਸ ਹੈਗੇ ਆ, ਉਹ ਸਾਰੇ ਬਾਅਦ ਵਿੱਚ ਕੀ ਹੋਣਗੇ, ਇਵੈਲਿਊਏਟ ਹੋਣਗੇ। ਇਹਨੂੰ ਆਪਾਂ ਐਗਜ਼ਾਮਪਲ ਨਾਲ ਕਲੀਅਰ ਕਰਦੇ ਹਾਂ। ਮੰਨ ਲਓ ਕਿ ਮੇਰੇ ਕੋਲ ਐਕਸਪ੍ਰੈਸ਼ਨ ਹੈ ਔਰ ਮੰਨ ਲਓ ਕਿ ਮੇਰੇ ਕੋਲ x ਦੀ ਵੈਲਿਊ 1 ਹੈ, y ਦੀ ਵੈਲਿਊ 1 ਹੈ ਔਰ z ਦੀ ਵੈਲਿਊ 0 ਹੈ। ਪਹਿਲਾਂ ਇਹਦੇ ਵਿੱਚ ਪੁੱਟ ਕਰ ਲਓ, ਦੈਟ ਮੀਨਸ y ਦੀ ਵੈਲਿਊ 1 ਪੁੱਟ ਕਰਤੀ, z ਦੀ ਵੈਲਿਊ 0 ਹੈ, 0 ਬਾਹਰ ਆ ਗਿਆ, ਦੈਨ ਡਾਟ x ਦੀ ਵੈਲਿਊ 1 ਹੈ, ਦੈਨ y ਦੀ ਵੈਲਿਊ 1 ਬਾਹਰ ਆ ਗਈ, x ਦੀ ਵੈਲਿਊ 1 ਹੈ ਪਲੱਸ y ਦੀ ਵੈਲਿਊ 1 ਹੈ ਔਰ z ਦੀ ਵੈਲਿਊ 0 ਹੈ। ਠੀਕ ਹੈ, ਅਕੋਰਡਿੰਗ ਟੂ ਆ ਰੂਲ ਕੀ ਕਹਿ ਰਿਹਾ ਹੈ, ਇਹਦੇ ਵਿੱਚ ਕੋਈ ਬ੍ਰੈਕਟਸ ਨਹੀਂ ਹੈ, ਤਾਂ ਪਹਿਲਾਂ ਆਪਾਂ ਨੋਟ ਆਪਰੇਸ਼ਨ ਨੂੰ ਸੋਲਵ ਕਰਾਂਗੇ। ਨੋਟ ਆਪਰੇਸ਼ਨ ਕਿੱਥੇ ਆ ਰਹੇ ਥੇ, 0 ਬਾਰ ਐਂਡ 1 ਬਾਰ। ਪਹਿਲਾਂ ਆਪਾਂ ਇਹਨੂੰ ਸੋਲਵ ਕਰਾਂਗੇ। ਸੋ 1 ਦਾ ਐਜ਼ ਇਟ ਇਜ਼ 1 ਰਹਿ ਗਿਆ, ਕਿਉਂਕਿ ਇੱਥੇ ਆਪਾਂ ਆਪਰੇਟ ਨਹੀਂ ਕਰਾਂਗੇ, ਕਿਉਂਕਿ ਸਾਰੇ ਆਪਰੇਟਰ ਨੋਟ ਜਿਹੜੇ ਆ ਉਹ ਵੈਲਿਊਟ ਕਰਨੇ। ਸੋ ਨੋਟ 0 ਬਾਰ ਤੱਕ ਆਪਾਂ ਨੂੰ ਪਤਾ 1 ਹੁੰਦਾ ਹੈ, ਆਪਾਂ ਡਿਸਕਸ ਕਰ ਚੁੱਕੇ ਹਾਂ। ਇੱਥੇ 1 ਆ ਗਿਆ, ਇਹ ਡਾਟ ਐਜ਼ ਇਟ ਇਜ਼ ਰਹਿ ਗਿਆ, ਇਹ 1 ਐਜ਼ ਇਟ ਇਜ਼ ਰਹਿ ਗਿਆ, ਇਹ ਪਲੱਸ ਐਜ਼ ਇਟ ਇਜ਼ ਰਹਿ ਗਿਆ, ਦੈਨ 1 ਬਾਰ ਹੈ ਤਾਂ ਇਹਦਾ ਕੀ ਬਣ ਜਾਏਗਾ, ਮੇਰੇ ਕੋਲ 0 ਬਣ ਜਾਏਗਾ, ਬਾਕੀ ਸਾਰਾ ਐਜ਼ ਇਟ ਇਜ਼ ਰਹਿ ਜਾਏਗਾ। ਸੋ ਨਾਓ ਯੂ ਕੈਨ ਸੀ ਡੈਟ ਸਭ ਤੋਂ ਪਹਿਲਾਂ ਆਪਣੇ ਕੋਲ ਸਾਰੇ ਨੋਟ ਆਪਰੇਸ਼ਨ ਕੀ ਹੋ ਗਏ, ਇਵੈਲਿਊਏਟ ਹੋ ਗਏ। ਹੁਣ ਸੈਕਿੰਡ ਸਟੈਪ ਕੀ ਕਹੇਗਾ, ਇਵੈਲਿਊਏਟ ਆਲ ਐਂਡ ਆਪਰੇਸ਼ਨ। ਐਂਡ ਆਪਰੇਸ਼ਨ ਮੀਨ ਜਿੱਥੇ ਮਲਟੀਪਲਾਈ ਹੋ ਰਹੀ ਹੈ। ਸੋ ਮਲਟੀਪਲਾਈ ਕਿੱਥੇ ਹੋ ਰਹੀ ਹੈ, ਇਸ ਸਟੈਪ ਦੇ ਵਿੱਚ ਹੋ ਰਹੀ ਹੈ, ਇਸ ਸਟੈਪ ਦੇ ਵਿੱਚ ਹੋ ਰਹੀ ਹੈ। ਕੀ ਬਣ ਜਾਏਗਾ, 1 ਪਲੱਸ 1 ਇੰਟੂ 1 ਇਜ਼ 1 ਪਲੱਸ 0 ਇੰਟੂ 1 ਕੀ ਹੋ ਗਿਆ ਆਪਣੇ ਕੋਲ 0, ਦੈਨ ਪਲੱਸ 1, ਠੀਕ ਹੈ, ਪਲੱਸ 0। ਸੋ ਇਨ ਦਿਸ ਕੇਸ ਆਪਾਂ ਸਾਰੇ ਜਿਹੜੇ ਐਂਡ ਆਪਰੇਸ਼ਨ ਸੀਗੇ ਉਹਨਾਂ ਨੂੰ ਕੀ ਕਰਤਾ, ਆਪਾਂ ਇਵੈਲਿਊਏਟ ਕਰਤਾ। ਐਂਡ ਲਾਸਟ ਵਿੱਚ ਕੀ ਬਣ ਗਿਆ, ਔਰ ਆਪਰੇਸ਼ਨ। ਹੁਣ ਸਾਰੇ ਆਪਣੇ ਕੋਲ ਔਰ ਹੈ, ਸਾਰੇ ਔਰ ਕਰਾਂਗੇ, 1 ਪਲੱਸ 1 ਪਲੱਸ 0 ਪਲੱਸ 1 ਪਲੱਸ 0 ਕੀ ਮੇਰੇ ਕੋਲ ਬਣ ਜਾਏਗਾ, 1 ਬਣ ਜਾਏਗਾ। ਦੈਟ ਇਜ਼ ਨੋਨ ਐਜ਼ ਅ ਇਵੈਲਿਊਏਸ਼ਨ। ਇਹਨੂੰ ਕਹਿੰਦੇ ਇਵੈਲਿਊਏਸ਼ਨ। ਜਿੰਨੇ ਵੀ ਵੇਰੀਏਬਲਸ ਹੋਣਗੇ ਉਹਨਾਂ ਦੀ ਕੋਈ ਨਾ ਕੋਈ ਕੀ ਹੋਏਗੀ, ਵੈਲਿਊ ਹੋਏਗੀ। ਪਹਿਲਾਂ ਆਪਾਂ ਨੋਟ ਆਪਰੇਸ਼ਨ ਨੂੰ ਪਰਫਾਰਮ ਕਰਾਂਗੇ, ਉਸ ਤੋਂ ਬਾਅਦ ਆਪਾਂ ਐਂਡ ਆਪਰੇਸ਼ਨ ਨੂੰ ਇਵੈਲਿਊਏਟ ਕਰਾਂਗੇ, ਐਂਡ ਲਾਸਟਲੀ ਆਪਾਂ ਔਰ ਆਪਰੇਸ਼ਨ ਨੂੰ ਕੀ ਕਰਾਂਗੇ, ਇਵੈਲਿਊਏਟ ਕਰਾਂਗੇ। ਆਈ ਹੋਪ ਕਿ ਤੁਹਾਨੂੰ ਸ਼ਾਇਦ ਕਲੀਅਰ ਹੋ ਗਿਆ ਹੋਵੇਗਾ। ਅਗਰ ਫਿਰ ਵੀ ਕਲੀਅਰ ਨਹੀਂ ਹੋਏਗਾ ਤਾਂ ਆਪਾਂ ਨੈਕਸਟ ਕਮਿੰਗ ਲੈਕਚਰ ਦੇ ਵਿੱਚ ਇਹਨੂੰ ਆਪਾਂ ਡਿਸਕਸ ਕਰਾਂਗੇ। ਹੁਣ ਆਪਾਂ ਇੱਕ ਹੋਰ ਐਗਜ਼ਾਮਪਲ ਲੈਣੇ ਬ੍ਰੈਕਟਸ ਨਾਲ। ਹੁਣ ਦੇਖੋ ਇਨ ਦਿਸ ਕੇਸ ਮੇਰੇ ਕੋਲ ਪੈਰੇਂਥੀਸਿਸ ਆ ਗਈਆਂ, ਠੀਕ ਹੈ। ਸੋ ਰੂਲ ਕੀ ਕਹਿ ਰਿਹਾ ਸੀਗਾ ਕਿ ਜਿਹੜੀ ਹਾਈਐਸਟ ਆਪਰੇਟਰ ਹੋਏਗਾ ਨੋਟ ਉਹਨੂੰ ਵੈਲਿਊਏਟ ਕਰਾਂਗੇ, ਫਿਰ ਐਂਡ ਫਿਰ ਔਰ ਨੂੰ। ਬਟ ਪਹਿਲਾਂ ਕੀ ਕਹਿ ਰਿਹਾ ਹੈ, ਹਮੇਸ਼ਾ ਸਟਾਰਟ ਕਰਾਂਗੇ ਫਰੋਮ ਲੈਫਟ ਹੈਂਡ ਸਾਈਡ, ਦੈਨ ਇਵੈਲਿਊਏਟ ਐਕਸਪ੍ਰੈਸ਼ਨ ਇਨ ਦਾ ਪੈਰੇਂਥੀਸਿਸ। ਹੁਣ ਆਪਣੇ ਕੋਲ ਪੈਰੇਂਥੀਸਿਸ ਆ ਗਈਆਂ, ਪਹਿਲਾਂ ਆਪਾਂ ਇੱਥੇ ਨੋਟ ਨੂੰ ਹੀ ਸੋਲਵ ਨਹੀਂ ਕਰਾਂਗੇ, ਪਹਿਲਾਂ ਆਪਾਂ ਬ੍ਰੈਕਟ ਨੂੰ ਓਪਨ ਕਰਾਂਗੇ। ਸੋ ਮੰਨ ਲਓ ਆਪਣੇ ਕੋਲ ਜਿਹੜੀਆਂ ਵੈਲਿਊਜ਼ ਇਹੀ ਲੈ ਰਹੇ ਆਪਾਂ, x ਦੀ ਵੈਲਿਊ 1 ਹੈ, y ਦੀ ਵੈਲਿਊ 1 ਹੈ, z ਦੀ ਵੈਲਿਊ 0 ਹੈ। ਸੋ ਵੈਲਿਊ ਪੁੱਟ ਕਰ ਦਿਓ, y ਦੀ ਵੈਲਿਊ 1 ਹੋ ਗਈ, z ਦੀ ਵੈਲਿਊ 0 ਬਾਹਰ ਆ ਗਈ, ਦੈਨ x ਦੀ ਵੈਲਿਊ 1 ਹੈ, ਦੈਨ y ਦੀ ਵੈਲਿਊ 1 ਬਾਹਰ ਆ ਗਈ, ਦੈਨ 1 ਪਲੱਸ y ਦੀ ਵੈਲਿਊ 1 ਹੈ। ਪਹਿਲਾਂ ਆਪਾਂ ਜਿਹੜਾ ਰੈੱਡ ਕਲਰ ਹੈ ਇਹਨੂੰ ਸੋਲਵ ਕਰਾਂਗੇ। 1 ਪਲੱਸ 0 ਕੀ ਹੋ ਜਾਏਗਾ ਮੇਰੇ ਕੋਲ 1, ਕਲੀਅਰ। ਬਾਕੀ ਐਜ਼ ਇਟ ਇਜ਼ ਰਹਿ ਜਾਏਗਾ, 1 ਪਲੱਸ 0 ਦੀ ਬਾਰ ਡਾਟ 1 ਪਲੱਸ 1 ਦੀ ਬਾਰ ਡਾਟ 1 ਆ ਗਿਆ, ਪਲੱਸ 1 ਪਲੱਸ 0 ਕੀ ਹੋ ਗਿਆ 1। ਹੁਣ ਤੁਸੀਂ ਦੇਖ ਸਕਦੇ ਹੋ ਕਿ ਇਹ ਮੇਰੇ ਕੋਲ ਪੈਰੇਂਥੀਸਿਸ ਕੀ ਹੋ ਗਈ, ਇਵੈਲਿਊਏਟ ਹੋ ਗਈ, ਕਲੀਅਰ। ਹੁਣ ਮੇਰੇ ਕੋਲ ਕੋਈ ਵੀ ਪੈਰੇਂਥੀਸਿਸ ਨਹੀਂ ਹੈ, ਦੈਨ ਆਪਾਂ ਇਹਦਾ ਥਰਡ ਸਟੈਪ 'ਤੇ ਆ ਜਾਵਾਂਗੇ। ਕੀ ਕਰਾਂਗੇ, ਸਾਰੇ ਨੋਟ ਆਪਰੇਸ਼ਨਸ ਹੈ ਉਹਨਾਂ ਨੂੰ ਵੈਲਿਊਏਟ ਕਰਾਂਗੇ। ਦੈਟ ਮੀਨਸ ਇਹ ਵਾਲੇ 2 ਹੈ ਇਹਨੂੰ ਵੈਲਿਊਏਟ ਕਰਾਂਗੇ। ਕੀ ਬਣ ਜਾਏਗਾ ਆਪਣੇ ਕੋਲ, 1 ਐਜ਼ ਇਟ ਇਜ਼ ਆ ਗਿਆ, ਪਲੱਸ 0 ਬਾਰ ਦਾ ਕੀ ਹੋ ਗਿਆ ਮੇਰੇ ਕੋਲ 1, ਡਾਟ ਦਾ ਡਾਟ ਰਹਿ ਗਿਆ, 1 ਦਾ 1 ਰਹਿ ਗਿਆ, ਪਲੱਸ 1 ਬਾਰ ਸੀਗਾ ਉਹਦਾ ਕੀ ਬਣ ਗਿਆ ਮੇਰੇ ਕੋਲ 0, ਦੈਨ ਡਾਟ 1 ਦਾ 1 ਰਹਿ ਗਿਆ, ਪਲੱਸ ਦਾ ਪਲੱਸ ਐਂਡ 1 ਦਾ 1 ਰਹਿ ਗਿਆ, ਕਲੀਅਰ। ਹੁਣ ਦੇਖੋ ਤੁਸੀਂ ਦੇਖ ਸਕਦੇ ਹੋ ਸਾਰੇ ਨੋਟ ਆਪਰੇਸ਼ਨ ਕੀ ਹੋ ਗਏ ਮੇਰੇ ਕੋਲ, ਇਵੈਲਿਊਏਟ ਹੋ ਗਏ। ਦੈਨ ਕੀ ਕਰਾਂਗੇ, ਇਵੈਲਿਊਏਟ ਆਲ ਆ ਐਂਡ ਆਪਰੇਸ਼ਨ। ਐਂਡ ਆਪਰੇਸ਼ਨ ਵੀ ਜਿੱਥੇ ਮਲਟੀਪਲਾਈ, ਜਿੱਥੇ ਮੈਂ ਰੈਡ ਕੀਤੇ ਥੀਸ ਆਰ ਦਾ ਐਂਡ ਆਪਰੇਸ਼ਨਸ ਹੈ। ਸੋ ਇਹਨਾਂ ਨੂੰ ਕੀ ਕਰਾਂਗੇ, ਇਵੈਲਿਊਏਟ ਕਰਾਂਗੇ। ਸੋ ਕੀ ਬਣ ਜਾਏਗਾ ਮੇਰੇ ਕੋਲ, 1 ਪਲੱਸ 1 ਇੰਟੂ 1 ਇਜ਼ 1 ਪਲੱਸ 0 ਇੰਟੂ 1 ਇਜ਼ 0 ਪਲੱਸ 1, ਕਲੀਅਰ। ਹੁਣ ਸਾਰੇ ਮੇਰੇ ਕੋਲ ਐਂਡ ਆਪਰੇਸ਼ਨ ਵੀ ਕੀ ਹੋ ਗਏ, ਇਵੈਲਿਊਏਟ ਹੋ ਗਏ। ਲਾਸਟ ਕੀ ਕਰਾਂਗੇ, ਜਿੰਨੇ ਵੀ ਆਪਣੇ ਕੋਲ ਔਰ ਆਪਰੇਸ਼ਨਸ ਹੋਣਗੇ ਉਹ ਸਾਰੇ ਆਪਣੇ ਕੋਲ ਔਰ ਬਚੇ ਹੋਏ ਹੈ, ਉਹਨਾਂ ਨੂੰ ਕੀ ਕਰਾਂਗੇ, ਇਵੈਲਿਊਏਟ। 1 ਪਲੱਸ 1 ਪਲੱਸ 0 ਪਲੱਸ 1, ਇੱਕ ਵੀ 1 ਹੋ ਜਾਏਗਾ, ਬਾਕੀ ਸਾਰੇ ਭਾਵੇਂ 0 ਹੈ, ਬਾਕੀ ਸਾਰੇ ਭਾਵੇਂ 1 ਹੈ, ਆਊਟਪੁੱਟ ਕੀ ਆ ਗਈ ਮੇਰੇ ਕੋਲ 1 ਆਈ, ਕਲੀਅਰ ਹੋ ਗਿਆ। ਤੁਸੀਂ ਦੇਖ ਸਕਦੇ ਹੋ ਕਿ ਬ੍ਰੈਕਟ ਵੀ ਆ ਗਈ ਹੈ ਤਾਂ ਆਪਣੇ ਕੋਲ ਐਕਸਪ੍ਰੈਸ਼ਨ ਦੇ ਵਿੱਚ ਕੋਈ ਵੀ ਆਊਟਪੁੱਟ ਦੇ ਵਿੱਚ ਕੋਈ ਵੀ ਚੇਂਜ ਨਹੀਂ ਆਇਆ ਹੈ, ਠੀਕ ਹੈ। ਬਟ ਆਲਵੇਜ਼ ਕੀਪ ਇਨ ਮਾਈਂਡ, ਅਗਰ ਆਪਣੇ ਕੋਲ ਬ੍ਰੈਕਟ ਆ ਜਾਂਦੀ ਹੈ, ਪਹਿਲਾਂ ਬ੍ਰੈਕਟ ਨੂੰ ਆਪਾਂ ਓਪਨ ਕਰਾਂਗੇ, ਉਹਨੂੰ ਵੈਲਿਊਏਟ ਕਰਾਂਗੇ, ਉਸ ਤੋਂ ਬਾਅਦ ਫਰਦਰ ਜਿਹੜੇ ਆਪਰੇਸ਼ਨਸ ਹੋਣਗੇ ਅਕੋਰਡਿੰਗ ਟੂ ਪ੍ਰਾਇੋਰਟੀ ਪ੍ਰੀਸੀਡੈਂਸ ਉਹਨਾਂ ਨੂੰ ਕੀ ਕਰਾਂਗੇ ਆਪਾਂ, ਸੋਲਵ। ਸੋ ਦਿਸ ਇਜ਼ ਨੋਨ ਐਜ਼ ਅ ਪ੍ਰੀਸੀਡੈਂਸ। ਆਈ ਹੋਪ ਕਿ ਸ਼ਾਇਦ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ, ਠੀਕ ਹੈ। ਸੋ ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਸੋ ਆਪਾਂ ਅੱਜ ਕੀ ਡਿਸਕਸ ਕੀਤਾ ਹੈ, ਡੈਟ ਇਜ਼ ਅ ਬੇਸਿਕ ਲੌਜਿਕ ਆਪਰੇਸ਼ਨ। 3 ਆਪਾਂ ਦੇਖੇ ਹੈ ਕਿਹੜੇ, ਨੋਟ, ਐਂਡ ਤੇ ਔਰ। ਉਸ ਤੋਂ ਬਾਅਦ ਆਪਾਂ ਬੂਲੀਅਨ ਐਕਸਪ੍ਰੈਸ਼ਨ ਨੂੰ ਇਵੈਲਿਊਏਟ ਕੀਤਾ ਹੈ ਯੂਜ਼ਿੰਗ ਅ ਟਰੂਥ ਟੇਬਲ, ਦੈਟ ਇਜ਼ ਵੈਰੀ ਈਜ਼ੀ। ਐਂਡ ਲਾਸਟ ਵਿੱਚ ਆਪਾਂ ਡਿਸਕਸ ਕੀਤਾ ਹੈ ਪ੍ਰੀਸੀਡੈਂਸ ਆਫ ਅ ਬੂਲੀਅਨ ਆਪਰੇਟਰਸ, ਠੀਕ ਹੈ। ਸੋ ਅੱਜ ਦਾ ਸੈਸ਼ਨ ਆਪਾਂ ਇੱਥੇ ਸਟਾਪ ਕਰਦੇ ਹਾਂ। ਨੈਕਸਟ ਸੈਸ਼ਨ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਟਾਈਪਸ ਆਫ ਗੇਟਸ ਐਂਡ देयर ਸਿੰਬਲਸ ਐਜ਼ ਵੈਲ ਐਜ਼ देयर ਟਰੂਥ ਟੇਬਲ, ਠੀਕ ਹੈ। ਸੋ ਡੈਟ ਟਾਈਮ, ਥੈਂਕ ਯੂ ਵੈਰੀ ਮਚ।